ਜਸ ਟੀਵੀ ਦੇਖ ਰਹੇ ਹੋ ਤੁਸੀਂ। मैं केपी सिंह टू द पॉइंट ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। 84 ਦੇ ਜ਼ਖਮ ਅੱਜ ਵੀ ਹੱਲੇ ਹੈ, ਪਰ ਜੋ ਇਹਨਾਂ ਮੁੱਦਿਆਂ ਦੇ ਉੱਤੇ ਸਿਆਸਤ ਹੁੰਦੀ ਹੈ ਜਾਂ ਜੋ ਵਿਵਾਦ ਖੜਾ ਹੁੰਦਾ ਉਸ ਤੇ ਡਿਬੇਟ ਸ਼ੁਰੂ ਹੋ ਜਾਂਦੀ ਹੈ। ਹੁਣ ਡਿਬੇਟ ਇਸ ਕਰਕੇ ਸ਼ੁਰੂ ਹੋਈ ਹੈ, ਕੈਨੇਡਾ ਵਿੱਚ ਇੱਕ ਵਿਵਾਦਤ ਝਾਕੀ ਕੱਢੀ ਗਈ ਹੈ ਤੇ ਇੰਦਰਾ ਗਾਂਧੀ ਦਾ ਕਤਲ ਉਸ ਵਿੱਚ ਦਿਖਾਇਆ ਗਿਆ। ਹਾਲਾਂਕਿ ਤਸਵੀਰਾਂ ਦਿਖਾਉਣੀਆਂ ਨਹੀਂ ਬਣਦੀਆਂ ਗਈਆਂ, ਅਸੀਂ ਮਾफ़ी ਮੰਗਦੇ ਹਾਂ, ਪਰ ਡਿਬੇਟ ਲਈ ਜਿਹੜੀਆਂ ਤਸਵੀਰਾਂ ਦਿਖਾਉਣ ਵਾਲੀਆਂ ਨੇ ਅਸੀਂ ਉਹੀ ਦਿਖਾ ਰਹੇ हैं। तो भारत ने इतराज़ जताया। भारत ने इतराज़ की जताया? वो इतराज़ ये जताया कि गंभीर मसला है तो कैनेडा नूं इस मसले नूं गंभीरता नाल लैना चाहिए, जिहड़ा रिश्तिਆਂ ते भी असर पाऊगा। कैनेडियन हाई कमीशन का भी बयान आया, ट्वीट किया उन्होंने, तो उहदे विच उन्होंने निंदा की है। निंदा किस लहजे में की है तो भारत नूं ये निंदा दे उत्ते तसल्ली होई जां ना होई, सवाल बहुत सारे है तो इन्हां सवालों की चर्चा करनी बनती है। कैनेडा च विवादत झाकी, भारत च की बाकी। कैनेडियन हाई कमीशन वालों ट्वीट आया, भारत के विदेश मंत्रालय ने इतराज़ जताया। साडे विदेश मंत्री डॉक्टर एस जयशंकर ने तिखे शब्दों में निखेधी की है। पहला सुन लीजिए। We are at a loss to understand, other than the requirements of vote bank politics, why anybody would do this. Because if you look at their history, I mean, you would imagine that they learn by the history and they wouldn't like to repeat that history. So you know, it isn't only one incident, however egregious it may be. I think there is a larger underlying issue about the space which is given to separatists, to extremists, to people who advocate violence, and I think it's not good for the relationship, and I think it's not good for Canada. बड़ा सवाल ਅਸੀਂ ਇਹ ਪੁੱਛਾਂਗੇ ਕਿ ਇੰਦਰਾ ਗਾਂਧੀ ਬਾਰੇ ਵਿਵਾਦਤ ਝਾਕੀ ਤੇ ਭਾਰਤ ਦੇ ਸਟੈਂਡ ਨੂੰ ਕਿੰਨਾ ਸੁਣੇਗਾ ਕੈਨੇਡਾ। ਇਸੇ ਸਵਾਲ ਤੇ ਬਹਿਸ ਹੋਈ। ਜਿਹੜਾ ਪੈਨਲ ਸਾਡੇ ਨਾਲ ਆ ਤਾਰਫ ਕਰਾਣਾ ਤੇ ਉਸ ਤੋਂ ਬਾਅਦ ਡਿਬੇਟ ਓਪਨ ਹੋ ਜਾਵੇਗੀ। ਪ੍ਰੈਸ ਅਵਨਾਸ਼ ਸਿੰਘ ਸੀਨੀਅਰ ਜਰਨਲਿਸਟ ਨੇ। ਪ੍ਰੈਸ ਅਵਨਾਸ਼ ਸਿੰਘ ਨੇ 84 ਦਾ ਦੌਰ ਆਪਣੇ ਕੈਮਰੇ ਦੇ ਲੈਂਸ ਰਾਹੀਂ ਦੇਖਿਆ ਹੋਇਆ, ਇਸ ਕਰਕੇ ਇਹਨਾਂ ਦਾ ਇੱਥੇ ਹੋਣਾ ਲਾਜ਼ਮੀ ਸੀਗਾ। ਪ੍ਰੋਫੈਸਰ ਅਵਨਾਸ਼ ਸਿੰਘ ਦਾ ਬਹੁਤ ਲੰਬਾ ਤਜਰਬਾ, ਤਕਰੀਬਨ 3 ਦਹਾਕੇ ਤੋਂ ਬਾਅਦ ਇਹਨਾਂ ਨੇ ਪੱਤਰਕਾਰਤਾ ਨੂੰ ਦਿੱਤੇ ਹੈ। ਪ੍ਰੋਫੈਸਰ ਅਵਨਾਸ਼ ਸਿੰਘ ਸਰ, ਬਹੁਤ ਸਵਾਗਤ ਹੈ ਸਰ ਤੁਹਾਡਾ। ਸਰਵਨ ਸਿੰਘ ਚੰਨੀ ਫਾਰਮਰ IAS ਨੇ ਤੇ ਗਿਆਨੀ ਜੈਲ ਸਿੰਘ ਹਰਾਂ ਦੇ ਪਰਿਵਾਰ ਨਾਲ ਇਹਨਾਂ ਦਾ ਸੰਬੰਧ ਹੈ ਤੇ ਇਹਨਾਂ ਨੂੰ ਵੀ 84 ਦੇ ਬਾਰੇ ਬਹੁਤ ਕੁਝ ਪਤਾ ਹੈਗਾ, ਪਰ ਜੋ ਹੁਣ ਟਿੱਪਣੀ ਵਿਦੇਸ਼ ਮੰਤਰਾਲੇ ਵੱਲੋਂ ਕੀਤੀ ਗਈ ਹੈ ਉਸ 'ਤੇ ਚੰਨੀ ਸਾਹਿਬ ਕੀ ਕਹਿਣਾ ਚਾਹਣਗੇ ਤੇ ਬਹੁਤ ਉਹ ਚੌਧਿਆਂ 'ਤੇ ਰਹੇ ਆ ਤੇ ਕੈਨੇਡਾ ਬਾਰੇ ਇਹਨਾਂ ਦੀ ਕੀ ਟਿੱਪਣੀ ਹੋਵੇਗੀ, ਅਸੀਂ ਉਸ ਦੀ ਉਡੀਕ ਕਰ ਰਹੇ ਹਾਂ। SS ਚੰਨੀ ਤੁਹਾਡਾ ਬਹੁਤ ਸਵਾਗਤ ਹੈ ਸਰ। KS ਮਠਾੜੂ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਹੈ, ਨਾਲ ਵਕੀਲ ਵੀ ਨੇ ਤੇ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ 'ਤੇ ਕੀ ਬੋਲੇਗਾ ਇਹ ਹਜੇ ਅਸੀਂ ਉਸ ਦਾ ਰਸਮੀ ਉਡੀਕ ਕਰਦੇ ਪਏ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਕੀ ਹੋਏਗਾ। ਮਿਸਟਰ ਮਠਾੜੂ ਤੁਹਾਡਾ ਬਹੁਤ ਸਵਾਗਤ ਹੈ। ਕੁਸ਼ਲਪਾਲ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੁਮਾਇੰਦੇ ਹੈ ਤੇ ਕੁਸ਼ਲਪਾਲ ਸਿੰਘ ਮਾਨ ਹਰੀ ਤਕਰੀਬਨ ਵਿਦੇਸ਼ਾਂ ਦੇ ਵਿੱਚ ਜਾਂਦੇ ਰਹਿੰਦੇ ਤੇ ਇਹਨਾਂ ਨੂੰ ਪਤਾ ਉੱਥੋਂ ਦਾ ਕਲਚਰ ਕੀ ਹੈ, ਉੱਥੋਂ ਦਾ ਮਾਹੌਲ ਕੀ ਹੈ ਤੇ ਉਸ ਸੰਵਿਧਾਨ ਕੀ ਕਹਿੰਦਾ। ਉਸ ਪੂਰੇ ਮਾਹੌਲ ਨੂੰ, ਉਸ ਪੂਰੇ ਸੰਵਿਧਾਨ ਨੂੰ ਮੱਦੇਨਜ਼ਰ ਰੱਖਦੇ ਹੋਏ ਕੈਨੇਡਾ ਦੇ ਵਿੱਚ ਕੀ ਕੁਛ ਹੋਇਆ, ਉਸ 'ਤੇ ਇਹਨਾਂ ਦੀ ਪਾਰਟੀ ਦੀ ਕੀ ਟਿੱਪਣੀ ਹੋਊਗੀ, ਅਸੀਂ ਉਸ ਦੀ ਉਡੀਕ ਕਰ ਰਹੇ। ਕੁਸ਼ਲਪਾਲ ਸਿੰਘ ਮਾਨ ਤੁਹਾਡਾ ਬਹੁਤ ਸਵਾਗਤ ਹੈ ਸਰ। ਮੈਂ ਇਸ ਡਿਬੇਟ ਨੂੰ ਸਮਝਣ ਦੇ ਲਈ ਪਹਿਲਾਂ ਸਾਰੇ ਮਹਿਮਾਨਾਂ ਤੋਂ ਇੱਕ ਸਵਾਲ ਕਰੂੰਗਾ, ਕਿਰਪਾ ਕਰਕੇ ਉਹਦਾ ਜੇ ਜਵਾਬ ਦੇ ਦੋਗੇ ਤਾਂ ਉਸ ਤੋਂ ਬਾਅਦ ਸਾਨੂੰ ਸਮਝ ਆ ਜਾਏਗਾ ਕਿ ਤੁਸੀਂ ਕਿਹੋ ਜਿਹੀ ਡਿਬੇਟ ਚਾਹੁੰਦੇ ਹੋ। ਕੁਸ਼ਲਪਾਲ ਸਿੰਘ ਮਾਨ, ਜੋ ਕੈਨੇਡਾ ਦੇ ਵਿੱਚ ਹੋਇਆ ਕੀ ਤੁਸੀਂ ਉਹਦੀ ਨਿੰਦਾ ਕਰਦੇ ਹੋ? ਮੈਨੂੰ ਐਗਜ਼ੈਕਟਲੀ ਪਤਾ ਨਹੀਂ ਹੈ ਜੀ ਕੀ ਹੋਇਆ ਕੀ ਨਹੀਂ ਹੋਇਆ, ਬਟ ਦ ਰੀਜ਼ਨ ਇਜ਼ ਕਿ ਜਿਹੜੇ ਜਿਵੇਂ ਜੈ ਸ਼ੰਕਰ ਰਮੇਸ਼ ਨੇ ਕਿਹਾ ਦੈਟ ਦੇ ਨੀਡ ਟੂ ਅੰਡਰਸਟੈਂਡ, ਇੰਡੀਅਨ ਸਟੇਟ ਆਲਸੋ ਨੀਡਸ ਟੂ ਅੰਡਰਸਟੈਂਡ ਵੀ ਜੇ ਕੁਝ ਬਾਰ-ਬਾਰ ਇਹ ਜਿਹੜੇ ਜ਼ਖਮ ਨੇ ਇਹ ਰਿਸ ਰਹੇ ਨੇ, ਇਹਦਾ ਕੋਈ ਪੋਲੀਟੀਕਲ ਕਲੋਜ਼ਰ ਤਾਂ ਅੱਜ ਤੱਕ ਹੋਇਆ ਨਹੀਂ ਤੇ ਨਾ ਇਹਨਾਂ ਦੀ ਕੋਈ ਇੰਟੈਂਟ ਲੱਗਦੀ ਹੈ। ਇਹ ਦੂਜਿਆਂ ਨੂੰ ਤਾਂ ਕਹਿੰਦੇ ਨੇ ਦੈਟ ਦੇ ਸ਼ੁੱਡ ਲਰਨ ਫਰਮ ਹਿਸਟਰੀ। ਹੈਜ਼ ਦ ਇੰਡੀਅਨ ਸਟੇਟ ਲਰਨਡ ਫਰਮ ਹਿਸਟਰੀ? ਤੁਸੀਂ ਨਿੰਦਾ ਕਰਦੇ ਹੋ ਜਾਂ ਕੁਸ਼ਲਪਾਲ ਜੀ ਇੱਕ ਸੌਖਾ ਸਵਾਲ ਹੈ ਸਰ, ਉਹਦਾ ਜਵਾਬ ਦੇ ਦਿਓ, ਮੈਂ ਡਿਬੇਟ ਫਿਰ ਓਪਨ ਕਰ ਦੇਣੀ ਹੈ। ਤੁਸੀਂ ਨਿੰਦਾ ਕਰਦੇ ਹੋ, ਸਵਾਗਤ ਕਰਦੇ ਹੋ, ਕੀ ਕਰਦੇ ਹੋ, ਜਾਂ ਵਿਚਾਲੇ ਖੜੇ ਹੋ ਤੁਹਾਨੂੰ ਪਤਾ ਨਹੀਂ ਵੀ ਕਿੱਧਰ ਜਾਣਾ? ਮੈਨੂੰ ਤਾਂ ਪਤਾ ਹੀ ਨਹੀਂ ਜੀ ਕੀ ਹੋਇਆ, ਕਿੰਨੇ ਪਰੇਡ ਕੱਢੀ, ਤੁਸੀਂ ਕਿਹਾ ਮੈਂ ਆ ਗਿਆ, ਬਟ ਇਹ ਰੀਜ਼ਨਸ ਕਿਉਂ ਹੋ ਰਹੇ ਨੇ? ਬਿਕੋਜ਼ ਕਿਸੇ ਗੱਲ ਦਾ ਅੱਜ 40ਵਾਂ ਸਾਲ ਸ਼ੁਰੂ ਹੋ ਗਿਆ, ਕਿਸੇ ਗੱਲ ਦਾ ਪੋਲੀਟੀਕਲ ਕਲੋਜ਼ਰ ਹੀ ਨਹੀਂ ਹੋਇਆ। ਸਾਨੂੰ ਇਹ ਨਹੀਂ ਪਤਾ ਵੀ ਜੇ ਸੰਤ ਭਿੰਡਰਾਂ ਵਾਲਿਆਂ ਦਾ ਪੋਸਟਮਾਰਟਮ ਕਿੱਥੇ ਹੋਇਆ, ਉਹਨਾਂ ਨੂੰ ਕਿੱਥੇ ਸੰਸਕਾਰ ਕੀਤਾ ਗਿਆ। ਸਾਡੇ ਜਿਹੜੇ ਕਲਾਸੀਫਾਈਡ ਫਾਈਲਸ ਨੇ ਬਲੂ ਸਟਾਰ ਦੀਆਂ,
ਉਹਦੇ ਚ ਬ੍ਰਿਟਿਸ਼ ਗਵਰਨਮੈਂਟ ਨੇ ਕੀ ਕੀਤਾ, ਸੋਵੀਅਤ ਗਵਰਨਮੈਂਟ ਨੇ ਕੀ ਕੀਤਾ, ਸਾਨੂੰ ਤਾਂ ਪਤਾ ਹੀ ਕੁਝ ਨਹੀਂ ਹੈ। ਚਲੋ ਮੈਂ ਵਾਪਸ ਆਵਾਂ ਕੁਸ਼ਪਾਲ ਸਿੰਘ ਮਿਸਟਰ ਮਠਾੜੂ, ਤੁਸੀਂ ਇਸ ਦੀ ਨਿੰਦਾ ਕਰਦੇ ਹੋ ਜਾਂ ਨਹੀਂ? ਕੇਪੀ ਜੀ, ਮੇਰੇ ਨਿੰਦਿਆ ਕਰੇ ਨਾਲ ਜਾਂ ਸਵਾਗਤ ਕਰੇ ਨਾਲ ਕੋਈ ਫਰਕ ਨਹੀਂ ਪੈਂਦਾ। ਗੱਲ ਇਹ ਹੈ ਦਿਨ ਕਿਹੜੇ ਚੱਲ ਰਹੇ ਆ। 1984 ਦੇ ਜਿਹੜੇ ਘੱਲੂਘਾਰੇ ਵਾਲੇ ਆ ਉਹ ਦਿਨ ਚੱਲ ਰਹੇ ਆ, ਔਰ ਆਪਾਂ ਸਾਰੇ ਜਾਣਦੇ ਆ ਕੈਨੇਡਾ ਦੇ ਵਿੱਚ ਬਹੁਤ ਸਾਰੇ ਪੰਜਾਬੀ ਜਿਹੜੇ ਹੈਗੇ ਉਹ ਰਹਿੰਦੇ ਆ, ਔਰ ਹਰ ਇੱਕ ਆਪਣੇ ਪੰਜਾਬੀਆਂ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਜਿਹੜੇ ਲੋਕ ਹੈਗੇ ਆ, ਇਮੋਸ਼ਨਲ ਲੋਕ ਹੈਗੇ ਆ, ਜਿਨ੍ਹਾਂ ਦੀਆਂ ਜਿਵੇਂ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਹਮਲਾ ਹੋਇਆ, ਢਹਿ ਢੇਰੀ ਕੀਤਾ, ਔਰ ਨੌਜਵਾਨ ਸਿੱਖਾਂ ਦਾ ਜਿਹੜਾ ਕਤਲੇਆਮ ਹੋਇਆ ਉਸ ਵੇਲੇ, ਉਹ ਉਹਨਾਂ ਦੇ ਜਿਹੜੇ ਹਿਰਦੇ ਅੱਜ ਵੀ ਬਲੁੰਦਰੇ ਹੋਏ ਆ, ਕਿਉਂਕਿ ਇਨਸਾਫ ਅੱਜ ਵੀ ਨਹੀਂ ਮਿਲ ਰਿਹਾ। ਉਹੀ ਲੋਕਾਂ ਨੂੰ ਜਿਹੜਾ ਹੈਗਾ ਬੜੀਆਂ ਬੜੀਆਂ ਪੋਸਟਾਂ ਤੇ ਨਵਾਜਿਆ ਜਾ ਰਿਹਾ। ਚਲੋ ਮੈਂ ਇੱਕ ਸਵਾਲ ਤੁਹਾਨੂੰ ਹੋਰ ਕਰਨਾ ਚਾਹੁੰਦਾ ਮਿਸਟਰ ਮਠਾੜੂ, ਜੋ ਭਾਰਤ ਦੇ ਵਿਦੇਸ਼ ਮੰਤਰੀ ਨੇ ਕਿਹਾ, ਤੁਸੀਂ ਉਸ ਦੀ ਨਿਖੇਧੀ ਕਰਦੇ ਹੋ, ਸਵਾਗਤ ਕਰਦੇ ਹੋ? ਮੈਂ ਭਾਰਤ ਦੇ ਵਿਦੇਸ਼ ਮੰਤਰੀ ਨੇ ਜਿਹੜੇ, ਉਹਨਾਂ ਨੇ ਆਪਣੇ ਪੂਰੇ ਦੇਸ਼ ਦੇ ਹਿਸਾਬ ਨਾਲ ਗੱਲ ਕਰਨੀ ਹੈ ਕਿ ਪੂਰੇ ਦੇਸ਼ ਦਾ ਜਿਹੜਾ ਕੀ ਪ੍ਰੋਟੋਕੋਲ ਹੈ। ਮੈਂ ਸਿਰਫ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਿਸਾਬ ਨਾਲ ਗੱਲ ਕਰਨੀ ਹੈ ਕਿ ਸਿੱਖਾਂ ਦੇ ਸੈਂਟੀਮੈਂਟਸ ਜਿਹੜੇ ਹੈਗੇ ਆ ਉਹ ਕਿਤੇ ਨਾ ਕਿਤੇ ਆਹਤ ਹੋਏ ਆ ਤਾਂ ਕਿਸੇ ਨੇ ਕਰ ਦਿੱਤਾ। ਇਹਦੇ ਚ ਨਿੰਦਿਆ ਕਰਨ ਵਾਲੀ ਜਾਂ ਸਵਾਗਤ ਕਰਨ ਵਾਲੀ ਗੱਲ ਨਹੀਂ ਹੈ। ਅਗਰ ਕਿਸੇ ਦੀ ਭਾਵਨਾ ਉਸ ਤਰੀਕੇ ਦੀ ਹੈਗੀ ਹੈ ਤਾਂ ਜੋ ਉਹਨੂੰ ਲੱਗ ਰਿਹਾ ਹੈ ਕਿ ਮੈਂ ਇਸ ਤਰ੍ਹਾਂ ਆਪਣੀ ਜਿਹੜੀ ਅੰਤਰਾਤਮਾ ਨੂੰ ਸੈਟੀਸਫਾਈ ਕਰ ਸਕਦਾ, ਤਾਂ ਬਾਕੀ ਜਿਹੜੀ ਗੱਲ ਹੈਗੀ ਕੈਨੇਡਾ ਦਾ ਕੀ ਕਾਨੂੰਨ ਕਹਿੰਦਾ ਹੈ, ਕੈਨੇਡਾ ਦਾ ਸੰਵਿਧਾਨ ਕੀ ਕਹਿੰਦਾ ਹੈ, ਉਸ ਤੇ ਕੀ ਰਿਐਕਟ ਕਰਦਾ, ਉਹ ਤਾਂ ਬਾਅਦ ਦੀਆਂ ਗੱਲਾਂ ਨਾ। ਚਲੋ ਠੀਕ ਹੈ। ਮੈਨੂੰ ਲੱਗਦਾ ਤੁਹਾਡੇ ਇਹਨਾਂ ਸਟੈਂਡਸ ਕਰਕੇ ਹੀ ਸ਼ਾਇਦ ਆਮ ਆਦਮੀ ਪਾਰਟੀ ਤੇ ਕਾਂਗਰਸ ਇਸ ਡਿਬੇਟ ਵਿੱਚ ਨਹੀਂ ਆਈਆਂ, ਅਸੀਂ ਸੱਦਿਆ ਸੀਗਾ। ਮੈਂ ਪ੍ਰਸਵਨਾਥ ਸਿੰਘ ਤੁਹਾਡੇ ਕੋਲ ਅਖੀਰ ਵਿੱਚ ਆਉਂਗਾ। ਚੰਨੀ ਸਾਹਿਬ ਜੋ ਮੈਂ ਆ ਰਿਹਾ ਚੰਨੀ ਸਾਹਿਬ, ਜੋ ਵਿਦੇਸ਼ ਮੰਤਰਾਲੇ ਨੇ ਕਿਹਾ ਹੈ, ਉਹਨਾਂ ਜਿਹੜਾ ਇਤਰਾਜ਼ ਜਤਾਇਆ, ਕਿ ਕੈਨੇਡੀਅਨ ਗਵਰਨਮੈਂਟ ਉਸ ਨੂੰ ਸੁਣੂਗੀ ਉਸ ਇਤਰਾਜ਼ ਨੂੰ? ਸਰ ਬਹੁਤ ਅੱਛੇ ਸ਼ਬਦਾਂ ਦੇ ਵਿੱਚ ਔਰ ਬੈਲੈਂਸਡ ਵਿਊ ਜਿਹੜਾ ਦਿੱਤਾ ਹੈਗਾ ਆਪਣੇ ਐਕਸਟਰਨਲ ਅਫੇਅਰ ਮਿਨਿਸਟਰ ਸਾਹਿਬ ਨੇ, ਡਾਕਟਰ ਜੈਸ਼ੰਕਰ ਜੀ ਨੇ, ਉਹ ਬਹੁਤ ਵਧੀਆ ਉਹਨਾਂ ਨੇ ਕਮੈਂਟ ਕੀਤੇ ਨੇ। ਔਰ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ ਕਿ ਇਸ ਤਰ੍ਹਾਂ ਦੀ ਜਿਹੜੀ ਪਰਮਿਸ਼ਨ ਦੇਣੀ ਹੈ ਜਾਂ ਟੋਲਰੈਂਸ ਹੈਗੀ ਹੈ, ਉਹ ਉਹਨਾਂ ਨੇ ਕਿਹਾ ਕਿ ਨਾ ਤਾਂ ਇਹ ਇੰਡੀਆ ਕੈਨੇਡੀਅਨ ਰਿਲੇਸ਼ਨਸ਼ਿਪ ਵਾਸਤੇ ਚੰਗੀ ਹੈ ਤੇ ਨਾ ਹੀ ਅਲਟੀਮੇਟਲੀ ਇਹ ਕੈਨੇਡਾ ਵਾਸਤੇ ਚੰਗੀ, ਕਿਉਂਕਿ ਇਦਾਂ ਦੀ ਸਪੇਸ ਕਿਸੇ ਵੀ ਵਾਇਲੈਂਟ ਚੀਜ਼ ਨੂੰ ਦਿਖਾਉਣ ਵਾਸਤੇ, ਉਹਦੇ ਨਾਲ ਅਸੀਂ ਕੀ ਹੈਗਾ ਕਿ ਅਸੀਂ ਜਿਹੜੀਆਂ ਫੀਲਿੰਗਸ ਨੇ ਉਹਨਾਂ ਨੂੰ, ਜਿਸ ਤਰ੍ਹਾਂ ਆਪਾਂ ਸਾਰੇ ਕਹਿ ਰਹੇ ਹਾਂ ਵੀ ਇਹਦਾ ਕੋਈ ਕਲੋਜ਼ਰ ਹੋਣਾ ਚਾਹੀਦਾ ਹੈ, ਉਹ ਫੀਲਿੰਗ ਜਿਹੜੀਆਂ ਹੈਗੀਆਂ ਹਰਟ, ਉਹਨਾਂ ਨੂੰ ਐਸੂਏਜ ਕਰਨਾ ਚਾਹੀਦਾ ਹੈ, ਨਾ ਕਿ ਉਹ ਫੀਲਿੰਗਸ ਨੂੰ ਹੋਰ ਉਹਦਾ ਜਿਹੜਾ ਭੜਕਾਉਣਾ ਚਾਹੀਦਾ ਹੈ। ਤੋ ਇਸ ਕਰਕੇ ਇਹ ਕੰਡੈਮਨੇਬਲ ਹੈਗਾ। ਪਰ ਇਹਦੇ ਪਿੱਛੇ ਇੱਕ ਇਹ ਵੀ ਬਹੁਤ ਗੱਲ ਹੈਗੀ ਹੈ ਕਿ ਉਦੋਂ ਦੇ ਜਿਹੜੇ ਦੈਨ ਪ੍ਰਾਈਮ ਮਿਨਿਸਟਰ ਮਿਸਟਰ ਇੰਦਰਾ ਗਾਂਧੀ, ਉਹਦਾ ਬਹੁਤ ਵੱਡਾ ਪੋਲੀਟੀਕਲ ਬਲੰਡਰ ਸੀ ਇਹ, ਔਰ ਉਹਦੇ ਨਾਲ ਜਿਹੜੀ ਸਾਡੀ ਆਰਮੀ ਸੀ ਔਰ ਜਿਹੜੀਆਂ ਹੋਰ ਇੰਟੈਲੀਜੈਂਸ ਏਜੰਸੀ ਸੀਗੀਆਂ, ਕਿਉਂਕਿ ਸਟੇਟ ਕੋਲ ਤਾਂ ਕੁਛ ਛੱਡਿਆ ਹੀ ਨਹੀਂ ਸੀ, ਉਹਨਾਂ ਦੀ ਵੀ ਬਹੁਤ ਵੱਡੀ ਨਾਕਾਮੀ ਸੀ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਅੰਦਰ ਕੀ ਹੈ। ਜੇ ਇਹ ਵੀ ਹੁਣ ਕਿਤਾਬਾਂ ਬੜੀਆਂ ਲਿਖੀਆਂ ਜਾ ਰਹੀਆਂ। ਚੰਨੀ ਸਾਹਿਬ, ਜੋ ਮਿਸਟਰ ਅਡਵਾਨੀ ਦੀ ਕਿਤਾਬ ਹੈ, ਤੁਸੀਂ ਉਸ ਦੇ ਨਾਲ ਇਤਫਾਕ ਰੱਖਦੇ ਹੋ? ਨਹੀਂ, ਮੈਂ ਉਹ ਡਿਟੇਲ ਚ ਤਾਂ ਨਹੀਂ ਪੜ੍ਹੀ। ਮੈਂ ਇਹ ਕਹਿ ਰਿਹਾ ਕਿ ਦੇਖੋ, ਇਹ ਗੱਲ ਵੀ ਬਹੁਤ ਵੱਡਾ ਉਹਨਾਂ ਦਾ ਬਲੰਡਰ ਸੀਗਾ ਔਰ ਉਹਦੀ ਕੀਮਤ ਵੀ ਉਹਨਾਂ ਨੂੰ ਚੁਕਾਉਣੀ ਪੈ ਗਈ। ਔਰ ਉਸ ਤੋਂ ਬਾਅਦ ਵੀ ਜੋ ਸਿੱਖ ਕਤਲੇਆਮ ਹੋਇਆ, ਉਹ ਵੀ ਉਦੋਂ ਬਹੁਤ ਮਾੜੀ ਗੱਲ ਹੈਗੀ ਹੈ। ਮਤਲਬ ਬਹੁਤ ਮਾੜੇ ਜਿਹੜੇ ਹੈਗੇ ਨੇ ਇਵੈਂਟਸ ਹੋਏ ਨੇ, ਜਿੰਨੀ ਵੀ ਨਿੰਦਾ ਕਰੀਏ ਉਨੀ ਥੋੜੀ ਹੈ। ਪਰ ਇਹ ਹੈਗਾ ਕਿ ਅਸੀਂ ਇਹਦਾ ਕੋਈ ਕਲੋਜ਼ਰ ਸਾਨੂੰ ਰੱਖਣਾ ਚਾਹੀਦਾ ਹੈ, ਕੋਈ ਨੈਰੇਟਿਵ ਇਸ ਤਰ੍ਹਾਂ ਦਾ ਬਣਾਉਣਾ ਚਾਹੀਦਾ ਹੈ ਕਿ ਅਸੀਂ ਹੁਣ 40 ਸਾਲ ਤੇ ਹੋ ਗਏ ਤੇ ਹੋਰ ਅਸੀਂ ਕਿੰਨੀ ਦੇਰ ਇਸ ਚੀਜ਼ ਦੇ ਨਾਲ ਲੱਗ ਕੇ, ਇਹ ਤਾਂ ਚਲੋ ਅਸੀਂ ਤਾਂ ਉਸ ਦੇਖਿਆ ਸਾਰਾ ਉਹਦੇ ਵਿੱਚੋਂ ਹੈ, ਪਰ ਜਿਹੜੀਆਂ ਨਵੀਆਂ ਪੀੜ੍ਹੀਆਂ ਆ ਰਹੀਆਂ ਨੇ ਉਹਨਾਂ ਨੂੰ ਅਸੀਂ ਮਤਲਬ ਜਿਹੜਾ ਉਹਨਾਂ ਦਾ ਜਿਹੜਾ ਭਵਿੱਖ ਹੈਗਾ, ਉਹ ਚੀਜ਼ ਇਸ ਚੀਜ਼ ਨਾਲ ਨਹੀਂ ਖਰਾਬ ਹੋਣਾ ਚਾਹੀਦਾ ਔਰ ਸਾਨੂੰ ਸਮਝ ਤੋਂ ਕੰਮ ਲੈਣਾ ਚਾਹੀਦਾ। ਠੀਕ, ਮੈਂ ਇੱਕ ਛੋਟਾ ਬ੍ਰੇਕ ਲਊਂਗਾ, ਬ੍ਰੇਕ ਤੋਂ ਵਾਪਸ ਆਊਂਗਾ। ਪ੍ਰਸਵਨਾਥ ਸਿੰਘ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਰਿਵੈਂਜ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਤੇ ਇਸ ਖਬਰ ਨੂੰ ਭਾਰਤ ਦੇ ਵਿੱਚ ਕਿਸ ਤਰੀਕੇ ਲਿਆ ਜਾ ਰਿਹਾ ਤੇ ਕੈਨੇਡਾ ਦੇ ਵਿੱਚ ਕਿਸ ਤਰੀਕੇ ਲਿਆ ਜਾ ਰਿਹਾ, ਅਸੀਂ ਉਸ ਤੇ ਵਿਚਾਰ ਸਮਝਣ ਲਈ, ਜਾਣਨ ਲਈ ਇਹਨਾਂ ਸਾਰੇ ਨੁਮਾਇੰਦਿਆਂ ਨੂੰ ਸੱਦਿਆ। ਵਾਪਸ ਆ ਰਹੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਇੰਦਰਾ ਗਾਂਧੀ ਬਾਰੇ ਵਿਵਾਦਤ ਝਾਕੀ ਤੇ ਭਾਰਤ ਦੇ ਸਟੈਂਡ ਨੂੰ ਕਿੰਨਾ ਸੁਣੇਗਾ ਕੈਨੇਡਾ? ਪ੍ਰਸਵਨਾਥ ਸਿੰਘ, ਇੱਕ ਪੱਤਰਕਾਰ ਕੀ ਸੋਚਦਾ ਜਦੋਂ ਇਹੋ ਜੀ ਖਬਰ ਸਾਡੇ ਸਾਹਮਣੇ ਪਈ ਹੁੰਦੀ ਹੈ, ਜਿਸ ਤੇ ਪੋਲੀਟੀਕਲ ਪਾਰਟੀਆਂ ਨੂੰ ਇਹ ਸਮਝ ਨਹੀਂ ਆ ਰਿਹਾ ਉਹ ਸਟੈਂਡ ਲੈਣ ਕਿਹੜਾ?
ਪ੍ਰਸਵਨਾਥ ਸਿੰਘ ਬਹੁਤੀਆਂ ਪੋਲੀਟੀਕਲ ਪਾਰਟੀਆਂ ਦੀ ਗੱਲ ਕਰ ਰਿਹਾ ਪ੍ਰਸਵਨਾਥ ਸਿੰਘ ਮੈਂ ਬੋਲੋ ਸਰ। ਕੇਪੀ ਜੀ ਗੱਲ ਇਸ ਤਰ੍ਹਾਂ ਹੈ ਕਿ ਅਸੀਂ ਕਿਸੇ ਵੀ ਥਾਂ ਤੇ ਜਿੱਥੇ ਕੋਈ ਹੇਟ ਇਨਵੋਲਵਡ ਹੋਵੇ ਉਹਦਾ ਅਸੀਂ ਕਿਤੇ ਵੀ ਸਮਰਥਨ ਨਹੀਂ ਕਰ ਸਕਦੇ। ਮੇਰਾ ਇਹਦੇ ਵਿੱਚ ਬੜਾ ਸਿੱਧਾ ਜਿਹਾ ਹੈ ਕਿ ਜੇ ਇਹ ਕੋਈ ਸਿੱਖ ਡੇ ਪਰੇਡ ਹੁੰਦੀ ਤਾਂ ਵੀ ਗੱਲ ਸੀ। ਤੁਸੀਂ ਡਾਇਸਪੋਰਾ ਦੀ ਪਰੇਡ ਹੈ, ਤੁਹਾਡਾ 5 ਕਿਲੋਮੀਟਰ ਦਾ ਲੰਬਾ ਦਾਇਰਾ ਹੈ, ਲੇਕਿਨ ਉਹਦੇ ਵਿੱਚ ਇਹੋ ਜਿਹਾ ਟੈਬਲੂ ਜਿਹੜਾ ਹੈ ਉਹ ਪਹਿਲਾਂ ਐਂਟਰ ਕਿਸ ਤਰ੍ਹਾਂ ਹੁੰਦਾ ਔਰ ਉਹਦੇ ਨਾਲ ਨਾਲ ਉਹਨੂੰ ਤੁਸੀਂ ਇਹ ਦਿੰਦੇ ਹੋ, ਇਹਦੇ ਵਿੱਚ ਸਿਰਫ ਹੇਟ। ਤੁਸੀਂ ਜੈ ਸ਼ੰਕਰ ਸਾਹਿਬ ਬਾਰੇ ਕਿਹਾ, ਮੈਂ ਕਹਾਂਗਾ ਉਹਨਾਂ ਨੇ ਆਪਣੀ ਗੱਲ ਦੇ ਵਿੱਚ ਹੀ ਸਾਰਾ ਕੁਝ ਕਹਿ ਦਿੱਤਾ ਬਈ ਇਹ ਸ਼ਰਾਰਤ ਹੈ ਪੋਲੀਟੀਕਲ ਮਾਈਲੇਜ ਲੈਣ ਲਈ। ਮੈਂ ਵੀ ਇਹੀ ਕਹਾਂਗਾ ਸ਼ਰਾਰਤ ਹੈ ਪੋਲੀਟੀਕਲ ਮਾਈਲੇਜ ਲੈਣ ਲਈ। ਹੁਣ ਉਹਦੇ ਵਿੱਚ ਪਾਰਟੀ ਕਿਹੜੀ ਹੈ ਉਹ ਤੁਸੀਂ ਤੇ ਬਾਕੀ ਜਿਹੜੇ ਪੈਨਲ ਵਾਲੇ ਨੇ ਉਹ ਡਿਸਾਈਡ ਕਰ ਲੈਣ। ਮੈਂ ਬਹੁਤ ਕਲੀਅਰ ਹਾਂ ਕਿ ਇੱਕ ਦਿਨ ਪਹਿਲਾਂ ਜਾਂ 2 ਦਿਨ ਪਹਿਲਾਂ ਰਾਹੁਲ ਗਾਂਧੀ ਨੂੰ ਕਿਤੇ ਕੈਲੀਫੋਰਨੀਆ ਦੇ ਵਿੱਚ ਸੈਂਟਾ ਕਲਾਰਾ ਦੇ ਵਿੱਚ ਥੋੜਾ ਜਿਹਾ ਹੈਕਲ ਕੀਤਾ ਜਾਂਦਾ ਹੈ। ਦੂਸਰੇ ਦਿਨ ਤੁਸੀਂ ਇਹਨੂੰ, ਮੈਂ ਬਹੁਤ ਕਲੀਅਰਲੀ ਕਹਾਂਗਾ, ਇਹ ਇੱਕ ਸ਼ਰਾਰਤ ਹੈ ਔਰ ਇਹ ਸ਼ਰਾਰਤ ਨਹੀਂ ਸੀ ਹੋਣੀ ਚਾਹੀਦੀ। ਪੋਲੀਟੀਕਲੀ ਕੌਣ ਕਰ ਸਕਦਾ ਹੈ ਇਹਦੇ ਵਿੱਚ ਤੁਹਾਨੂੰ ਥੋੜੇ ਦਿਨਾਂ 'ਚ ਇਹ ਸਾਹਮਣੇ ਆ ਜਾਣਾ ਹੈ ਕਿਉਂਕਿ ਜੋ ਨਹੀਂ ਪ੍ਰਸਵਨਾਥ ਸਿੰਘ ਇੱਕ ਥੋੜੀ ਚੀਜ਼ ਸਾਹਿਬ ਕਰ ਦਿਓ। ਪ੍ਰਸਵਨਾਥ ਸਿੰਘ ਤੁਸੀਂ ਕਹਿ ਰਹੇ ਹੋ ਸ਼ਰਾਰਤ ਹੈ, ਇਹ ਨਹੀਂ ਹੋਣੀ ਚਾਹੀਦੀ ਸੀ। ਮੇਰਾ ਸਵਾਲ ਹੈ ਪ੍ਰਸਵਨਾਥ ਸਿੰਘ, ਸ਼ਰਾਰਤ ਭਾਰਤ 'ਚ ਬੈਠੀ ਕਿਸੇ ਧਿਰ ਨੇ ਕਰਵਾਈ ਹੈ ਜਾਂ ਉਧਰ ਕੋਈ ਧਿਰ ਬੈਠੀ ਹੈ ਤੇ ਭਾਰਤ ਤੋਂ ਇੱਥੋਂ ਹੋਇਆ ਵੀ ਹਾਂ ਭਾਈ ਤੁਸੀਂ ਸ਼ਰਾਰਤ ਕਰ ਦਿਓ, ਇਹੋ ਜਿਹਾ ਕੁਛ ਹੈ ਪ੍ਰਸਵਨਾਥ ਸਿੰਘ? ਕੇਪੀ ਸਿੰਘ ਜੀ 1984 ਤੋਂ ਪਹਿਲਾਂ ਵੀ ਤੁਹਾਡੇ ਕੋਲ ਬੰਦੇ ਸੀਗੇ ਜਿਹੜੇ ਪੇਰੋਲਸ ਤੇ ਸੀ। ਮੈਂ ਨਹੀਂ ਕਹਿਣਾ ਕਿਹਨਾਂ ਦੇ ਪੇਰੋਲਸ ਤੇ ਸੀ, ਜਿਹੜੇ ਖਾਲਿਸਤਾਨ ਦੀ, ਮੈਂ ਉਹਨੂੰ ਅੱਜ ਵੀ ਕਹਾਂਗਾ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਸੀ। ਅੱਜ ਵੀ ਇੱਕ ਪਾਸੇ ਤੁਸੀਂ ਦੋਸਤੀ ਦਾ ਹੱਥ ਵਧਾ ਰਹੇ ਹੋ, ਤੁਸੀਂ ਪੱਗਾਂ ਨੂੰ ਆਪਣੀ ਪਾਰਟੀ 'ਚ ਲਿਆ ਰਹੇ ਹੋ, ਉਹਦੇ ਨਾਲ ਨਾਲ ਤੁਸੀਂ ਜਿਹੜੀ ਖਾਲਿਸਤਾਨ ਦੀ ਮੁਹਿੰਮ ਹੈ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਤੂਲ ਦੇ ਰਹੇ ਹੋ, ਡਾਇਰੈਕਟਲੀ ਔਰ ਇਨਡਾਇਰੈਕਟਲੀ। ਉਹਦੇ ਵਿੱਚ ਨੁਕਸਾਨ ਸਾਡੇ ਦੇਸ਼ ਦਾ ਹੈ, ਬੜਾ ਕਲੀਅਰ ਹੈ। ਦੁਬਾਰਾ ਚਲੇ ਜਾਓ ਗੁਰੂ ਗੋਬਿੰਦ ਸਿੰਘ ਜੀ ਵਾਲੀ ਗੱਲ ਤੇ, 5 ਪਿਆਰੇ ਕਿੱਥੋਂ ਆਏ ਸੀ? 5 ਪਿਆਰੇ ਪੂਰੇ ਇੰਡੀਆ ਤੋਂ ਸੀ, ਲੈਂਥ ਐਂਡ ਬ੍ਰੈਡਥ ਆਫ ਦ ਕੰਟਰੀ। ਉਹਨਾਂ ਨੂੰ ਅਸੀਂ ਨਕਾਰ ਕੇ ਅੱਜ ਇੱਕ ਸੂਬੇ ਦੀ ਗੱਲ ਕਰ ਰਹੇ ਹਾਂ ਜਿਹਦਾ ਤੁਹਾਨੂੰ ਨਾ ABCD ਪਤਾ ਨਾ ਤੁਹਾਨੂੰ ਇਹ ਪਤਾ। ਪ੍ਰਸਵਨਾਥ ਸਿੰਘ ਸਿਰਫ ਔਰ ਸਿਰਫ ਸ਼ਰਾਰਤ ਹੈ। ਪ੍ਰਸਵਨਾਥ ਸਿੰਘ ਤੁਸੀਂ ਇਹ ਸ਼ਬਦ ਬੋਲ ਸਕਦੇ ਹੋ ਕਿ ਜੇ ਇਹ ਸ਼ਰਾਰਤ ਹੈ ਤੇ ਸੋਚੀ ਸਮਝੀ ਸ਼ਰਾਰਤ, ਇਹ ਸ਼ਬਦ ਬੋਲ ਸਕਦੇ ਹੋ? ਹਰ ਸ਼ਰਾਰਤ ਸੋਚੀ ਸਮਝੀ ਹੁੰਦੀ ਹੈ ਜੀ ਔਰ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਮੁਹਿੰਮ ਹੁੰਦੀ ਹੈ। ਜੈ ਸ਼ੰਕਰ ਜੀ ਨੇ ਆਪਣੇ ਆਪ ਕਹਿ ਦਿੱਤਾ ਕਿ ਆਉਣ ਵਾਲੀਆਂ ਇਲੈਕਸ਼ਨਸ ਦੇ ਵਿੱਚ ਪੋਲੀਟੀਕਲ ਮਾਈਲੇਜ ਚਾਹੀਦੀ ਹੈ। ਸੋ ਪੋਲੀਟੀਕਲ ਮਾਈਲੇਜ ਕੌਣ ਲੈ ਰਿਹਾ ਇਹ ਤੁਸੀਂ ਡਿਸਾਈਡ ਕਰੋ। ਇਨਡਾਇਰੈਕਟਲੀ ਤੁਸੀਂ ਦੇਸ਼ ਦੀ ਸੱਤਾ ਧਿਰ ਨੂੰ ਕਟਾਰੇ 'ਚ ਖੜਾ ਕਰ ਰਹੇ ਹੋ ਪ੍ਰਸਵਨਾਥ ਸਿੰਘ। ਮੇਰੇ ਮੂੰਹ 'ਚ ਤਾਂ ਸ਼ਬਦ ਪਾਉਣਾ ਜੀ, ਮੈਂ ਜੋ ਕੁਝ ਕਹਿਣਾ ਸੀ ਤੁਹਾਨੂੰ ਕਹਿ ਦਿੱਤਾ। ਹੁਣ ਉਹਦਾ ਜਿਹੜੀ ਇਨਫਰੈਂਸਸ ਨੇ ਉਹ ਤੁਸੀਂ ਡਰਾ ਕਰੋ ਜੀ। ਠੀਕ। ਖੁਸ਼ਪਾਲ ਸਿੰਘ ਮਾਨ, ਪ੍ਰਸਵਨਾਥ ਸਿੰਘ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਇਨ ਬਿਨ ਤੁਸੀਂ ਸੁਣੀਆਂ, ਮੈਨੂੰ ਦੁਹਰਾਉਣ ਦੀ ਜ਼ਰੂਰਤ ਨਹੀਂ। ਪ੍ਰਸਵਨਾਥ ਸਿੰਘ ਕਰੈਕਟਲੀ ਸਾਰੇ ਐਪੀਸੋਡ ਨੂੰ ਦਰਸਾ ਰਹੇ ਆ ਜਾਂ ਤੁਹਾਨੂੰ ਕੁਝ ਇਨਕਰੈਕਟ ਲੱਗਦਾ? ਮੈਂ ਇਹਨਾਂ ਨਾਲ ਬਿਲਕੁਲ ਵੀ ਨਹੀਂ ਐਗਰੀ ਕਰਦਾ ਜੀ। ਨਹੀਂ ਕਰਦੇ ਐਗਰੀ? ਬਿਲਕੁਲ ਵੀ ਨਹੀਂ ਐਗਰੀ ਕਰਦਾ। ਹਾਂ, ਇਹ ਹਰ ਗੱਲ ਨੂੰ ਇਹਦੇ ਵਿੱਚ ਜਿਹੜਾ ਸੈਂਟੀਮੈਂਟ ਔਰ ਇਮੋਸ਼ਨ ਇਨਵੋਲਵਡ ਹੈ। ਐਡਾ ਇੱਥੇ ਹਿੰਦੁਸਤਾਨ ਦੇ ਵਿੱਚ ਕੋਈ ਵੀ ਨਹੀਂ ਬੈਠਾ ਵੀ ਉੱਥੇ ਜਿੰਨਾ ਸਿੱਖ ਡਾਇਸਪੋਰਾ ਬੈਠਾ ਹੈ ਉਹਨੂੰ ਮੈਨੀਪੂਲੇਟ ਕਰ ਸਕੇ। ਇੰਡੀਅਨ ਸਟੇਟ ਠੀਕ ਹੈ, ਮਾੜਾ ਮੋਟਾ ਕਿਤੇ ਆਪਦੀਆਂ ਏਜੰਸੀ ਦੇ ਮੁਤਾਬਕ ਕਰ ਸਕਦੀਆਂ ਨੇ, ਬਟ ਇੱਕ ਗੱਲ ਇਹਨਾਂ ਨੂੰ ਸਮਝਣ ਦੀ ਲੋੜ ਹੈ ਕਿ ਜਿਹੜਾ ਡਾਇਸਪੋਰਾ ਬਾਹਰ ਬੈਠਾ ਹੈ ਉਹ ਬੜਾ ਦੁਖੀ ਹੈ। ਉਹਨਾਂ ਤੇ ਨਜਾਇਜ਼, ਬਿਲਕੁਲ ਮੈਂ ਕਹਿੰਦਾ ਨਜਾਇਜ਼ ਕੇਸ ਪਾਏ ਜਾਂਦੇ ਨੇ। ਉੱਥੇ ਕੋਈ ਗੱਲ ਕਰਦੇ ਨੇ, ਇੱਥੇ ਦਿੱਲੀ ਉਹਨਾਂ ਦੀਆਂ ਜਿਹੜੀ ਗੱਲ ਉਹਨਾਂ ਨੇ ਛੋਟੀ ਜੀ ਵੀ ਕੀਤੀ ਹੁੰਦੀ ਹੈ ਉਹਦੇ ਤੇ ਇੱਥੇ ਆ ਕੇ FIRਾਂ ਕਰ ਦਿੰਦੇ ਨੇ। ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਉਤਰਦੇ ਨੇ ਜੇਲ੍ਹਾਂ 'ਚ ਧੱਕ ਦਿੰਦੇ ਨੇ। ਮਤਲਬ ਸਮਝਾਤਾ ਦਿਓ ਨਾ, ਇਹ ਐਵੇਂ ਰੀਡਿੰਗ ਟੂ ਮਚ ਇਨ ਬਿਟਵੀਨ ਦ ਲਾਈਨਸ ਹੈ। ਫਿਰ ਇੱਕ ਜੀ ਮੈਨੂੰ ਹੋਰ ਸਮਝਾ ਦਿਓ ਕੁਸ਼ਲਪਾਲ ਜੀ, ਤੁਸੀਂ ਇੱਕ ਜੀ ਹੋਰ ਸਮਝਾ ਦਿਓ ਕੁਸ਼ਲਪਾਲ ਜੀ। ਨਹੀਂ ਇੱਕ ਮਿੰਟ, ਮੈਨੂੰ ਇੱਕ ਮਿੰਟ ਦੱਸੋ। ਹਾਂ ਬੋਲੋ। ਹਾਊ ਕਮ ਗਲੋਬਲੀ ਜਿੱਥੇ ਬਾਹਰ ਸਿੱਖ ਬੈਠਾ ਹੈ, ਕਿਉਂਕਿ ਇੱਥੇ ਸਿੱਖ ਹੈ ਬਹੁਤ ਕਮਜ਼ੋਰ,
ਇੱਥੇ ਸਟੇਟ ਦਬਾ ਦਿੰਦੀ ਹੈ, ਕੁੱਟਦੀ ਹੈ, ਮਾਰਦੀ ਹੈ, ਜੇਲ੍ਹਾਂ 'ਚ ਸੁੱਟਦੀ ਹੈ, ਆਰਥਿਕ ਤੌਰ ਤੇ ਕਮਜ਼ੋਰ ਕਰਤਾ। ਉੱਥੇ ਲੋਕ ਆਪਦੇ ਪੈਰਾਂ ਤੇ ਖੜੇ ਨੇ, ਉਹਨਾਂ ਦੇ ਗੋਡੇ ਭਾਰ ਚੱਲਦੇ ਨੇ ਤੇ ਉਹ ਆਪਣੇ ਵਿਊਜ਼ ਐਕਸਪ੍ਰੈਸ ਕਰਦੇ ਨੇ। ਗੱਲ ਹੈ ਨਾ ਵੀ ਸਾਡਾ ਤਾਂ ਕੋਈ ਕਲੋਜ਼ਰ ਹੋਇਆ ਨਹੀਂ। ਨਾਲੇ ਜਿਹੜੀ ਗੱਲ ਹੈ, ਸਿੱਖ ਤਾਂ ਅੱਜ ਤੱਕ ਅਬਦਾਲੀ ਨੂੰ ਨਹੀਂ ਭੁੱਲੇ। ਜਿਹੜੀ ਇਹ ਗੱਲ ਕਰ ਰਹੇ ਨੇ ਵੀ ਜੀ ਸਾਰੇ ਇੰਡੀਆ ਤੋਂ ਸੀ, ਐ ਤਾਂ ਪੰਜ ਪਿਆਰੇ ਅਫਗਾਨਿਸਤਾਨ ਤੋਂ ਵੀ ਸੀ। ਪਹਿਲਾਂ ਇਹਨਾਂ ਨੇ ਇੰਡੀਆ ਸਾਡਾ ਪੰਜਾਬ ਕਿਉਂ ਵੱਢਿਆ? ਪੰਜਾਬ ਦੇ 2 ਹਿੱਸੇ ਕਿਉਂ ਕੀਤੇ? ਸਾਡਾ ਜਨਮ ਸਥਾਨ ਖੋਇਆ ਸਾਡੇ ਤੋਂ, ਸਾਡੀ ਰਾਜਧਾਨੀ ਖੋਈ। ਕੁਸ਼ਲਪਾਲ ਜੀ ਇੱਕ ਮਿੰਟ, ਹੁਣ ਮੈਨੂੰ ਗੱਲ ਕਰ ਲੈਣ ਦਿਓ। ਹਾਂ ਬੋਲੋ। ਸਰ ਰੈਡਕਲਿਫ ਲਿਖ ਕੇ ਗਏ ਨੇ that ਨਹਿਰੂ, ਗਾਂਧੀ, ਜਿਨਾ, ਪਟੇਲ they asked me to draw a line by 14th of August and I drew a line for them। 10 ਲੱਖ ਬੰਦਾ ਇਹਨਾਂ ਨੇ ਉਦੋਂ ਮਰਵਾਤਾ। ਕੁਸ਼ਲਪਾਲ ਜੀ ਮੈਂ ਤੁਹਾਡੀ ਇਸ ਗੱਲ ਇਤਫਾਕ ਕੁਸ਼ਲਪਾਲ ਜੀ ਸਰ ਮੈਂ ਸੁਣ ਲਓ ਨਾ, ਮੈਂ ਤੁਹਾਡੀ ਪੂਰੀ ਗੱਲ ਸੁਣੂਗਾ। ਕੁਸ਼ਲਪਾਲ ਜੀ ਤੁਹਾਡੀ ਪੂਰੀ ਗੱਲ ਸੁਣੂਗਾ। ਮੈਂ ਤੁਹਾਡੀ ਇਸ ਗੱਲ ਨਾਲ ਐਗਰੀ ਕਰਦਾ ਹੈ ਕਿ ਡਾਕੂਮੈਂਟ ਡੀਕਲਾਸੀਫਾਈ ਨਹੀਂ ਹੋਏ, ਇੱਥੇ ਕੋਈ ਕਲੋਜ਼ਰ ਨਹੀਂ ਹੋਇਆ, ਤੁਹਾਡੀ ਗੱਲ ਐਗਰੀ ਕਰਦਾ ਕੁਸ਼ਲਪਾਲ ਜੀ। ਪਰ ਜੋ ਉੱਥੇ ਕੈਨੇਡੀਅਨ ਹਾਈ ਕਮਿਸ਼ਨਰ ਕਹਿ ਰਹੇ ਆ ਉਹ ਨਿੰਦਾ ਕਰਦੇ ਪਏ ਇਸ ਐਪੀਸੋਡ ਦੀ। ਮਹਾਰਾਜ ਉਹ ਕਰੀ ਜਾਣੇ ਡਿਪਲੋਮੈਟਿਕ ਗੱਲਾਂ ਨੇ। ਗੱਲ ਹੈ ਵੀ ਗੱਲ ਤਾਂ ਸਾਡੀ ਕੌਮ ਦੀ ਹੈ, ਗੱਲ ਸਾਡੇ ਦਰਬਾਰ ਸਾਹਿਬ ਦੀ ਹੈ, ਗੱਲ ਸਾਡੇ ਅਕਾਲ ਤਖਤ ਢਹਿਣ ਦੀ ਹੈ। ਇੱਕ ਗੱਲ ਸੁਣੋ, ਜਿਹੜੀ ਵਾਇਲੈਂਸ ਦੀ ਗੱਲ ਕਰਦੇ ਨੇ, ਜਦੋਂ ਸਟੇਟ ਕਿਸੇ ਨੂੰ ਫਾਂਸੀ ਲਾਉਂਦੀ ਹੈ ਉਹ ਕਤਲ ਨਹੀਂ ਹੈ, ਬਟ ਉਹਨੂੰ ਕਤਲ ਨਹੀਂ ਕਿਹਾ ਜਾਂਦਾ, ਉਹਨੂੰ ਐਗਜ਼ੀਕਿਊਸ਼ਨ ਕਿਹਾ ਜਾਂਦਾ ਹੈ ਅੰਗਰੇਜ਼ੀ ਦਾ ਅੱਖਰ 'ਚ। ਐਗਜ਼ੀਕਿਊਸ਼ਨ ਉਹ ਹੁੰਦੀ ਹੈ ਜਿਸ ਕਤਲ ਦੇ ਮਗਰ ਲਾਅ ਹੋਵੇ, ਔਰ ਲਾਅ ਕਿਵੇਂ ਹੁੰਦਾ? ਉਹ ਵਿਲ ਆਫ ਦ ਪੀਪਲ ਹੁੰਦੀ ਹੈ। ਤੁਸੀਂ ਅੱਜ ਇੱਥੇ ਸਾਰੇ ਸਿੱਖ ਬੈਠੇ ਨੇ, 90% 95% ਸਿੱਖਾਂ ਨੇ ਇੰਦਰਾ ਦਾ ਜਦੋਂ ਕਤਲ ਹੋਇਆ ਉਹਦਾ ਰਿਮੋਰਸ ਨਹੀਂ ਮਨਾਇਆ। ਸੋ ਇੰਦਰਾ ਦਾ ਕਤਲ ਇੱਕ, ਜੇ ਤੁਸੀਂ ਕਹੋ ਵੀ ਰਿਵੈਂਜ ਨਹੀਂ ਸੀ ਦਰਬਾਰ ਸਾਹਿਬ ਦਾ ਅਕਾਲ ਤਖਤ ਢਾਉਣ ਦਾ, ਬਿਲਕੁਲ ਰਿਵੈਂਜ ਸੀਗਾ। ਕੁਸ਼ਲਪਾਲ ਜੀ ਫਿਰ ਇੱਕ ਸਵਾਲ ਲੈ ਲਓ ਨਾ ਸਰ, ਇੱਕ ਸਵਾਲ ਲੈ ਲਓ ਕੁਸ਼ਲਪਾਲ ਜੀ, ਸਵਾਲ ਲੈ ਲਓ ਨਾ ਕੁਸ਼ਲਪਾਲ ਜੀ, ਸਵਾਲ ਲੈ ਲਓ ਨਾ, ਫਿਰ ਮੈਂ ਬਾਕੀ ਮਾਨਾਂ ਕੋਲ ਫਿਰ ਚੱਲ ਜਾਊਂਗਾ ਅਗਲੇ ਸਮੇਂ। ਤੁਸੀਂ ਇੱਥੇ ਸੜਕ ਤੇ ਇਹੋ ਜਿਹਾ ਦ੍ਰਿਸ਼ ਦਿਖਾ ਸਕਦੇ ਹੋ, ਇਹੋ ਜਿਹੀ ਝਾਕੀ ਦਿਖਾ ਸਕਦੇ ਹੋ ਸਰ? ਮਹਾਰਾਜ ਇਹ ਤਾਂ ਸਟੇਟ ਪੁਲਿਸ ਸਟੇਟ ਹੈ, ਇੱਥੇ ਤਾਂ ਤੁਸੀਂ ਆਵਾਜ਼ ਹੀ ਨਹੀਂ ਕਰ ਸਕਦੇ। ਦਿਸ ਇਜ਼ ਨਾਟ ਅ ਡੈਮੋਕ੍ਰੈਟਿਕ ਸਟੇਟ, ਦਿਸ ਇਜ਼ ਅ ਪੁਲਿਸ ਸਟੇਟ। ਤੁਸੀਂ ਦੇਖੋ ਤਾਂ ਸਹੀ, ਆ ਕੱਲ ਅੰਮ੍ਰਿਤਸਰ ਹਾਲ ਕੀ ਸੀ, ਸਾਰੇ ਪੰਜਾਬ ਦੀ ਪੁਲਿਸ ਇਹਨਾਂ ਨੇ ਇਕੱਠੀ ਕੀਤੀ ਵੀ ਸੀਗੀ। ਇਹ ਤਾਂ ਪੁਲਿਸ ਸਟੇਟ ਹੈ, ਇਹ ਕੋਈ ਡੈਮੋਕ੍ਰੈਟਿਕ ਸਟੇਟ ਹੈ? ਥਾਂ ਥਾਂ ਦੇ ਇਹਨਾਂ ਦੇ ਨਾਕੇ ਹੁੰਦੇ ਆ। ਤੁਸੀਂ 10 ਵਾਰ ਮੈਨੂੰ ਕੱਲ ਅੰਮ੍ਰਿਤਸਰ, ਇੱਕ ਮਿੰਟ 10 ਵਾਰ ਮੈਨੂੰ ਕੱਲ ਰੋਕਿਆ ਗਿਆ, ਗੱਡੀ ਦੀ ਡਿੱਗੀ ਚੈੱਕ ਕਰਾਓ ਜੀ। ਸਾਰੇ ਜਿਹੜੇ ਬਾਹਰਲੇ ਲਿਆ ਕੇ ਇਹਨਾਂ ਨੇ ਇੱਥੇ ਪੈਰਾਮਿਲਟਰੀ ਲਾਈ ਵੀ ਹੈ, ਕੀ ਡਿੱਗੀ 'ਚ ਚੈੱਕ ਕਰਦੇ ਸੀ? ਹਰਾਸਮੈਂਟ ਕਰ ਰਹੇ ਨੇ, ਬਾਰ-ਬਾਰ ਜ਼ਖਮ ਕੁਰੇਦ ਰਹੇ ਨੇ। ਵਾਟ ਆਰ ਦੇ ਟ੍ਰਾਈਂਗ ਟੂ ਡੂ? ਨਹੀਂ ਜੀ, ਪੰਜਾਬ ਨੂੰ ਅੱਜ ਇਹ ਸਾਰੀਆਂ ਧਿਰਾਂ ਬੈਠੀਆਂ, ਇਹਨਾਂ ਨੇ ਰਾਜ ਕੀਤਾ। ਪੰਜਾਬ ਨੂੰ ਮਿਲਿਆ ਕੀ ਪਿਛਲੇ 75 ਸਾਲ 'ਚ? ਤੁਹਾਡੇ ਕੋਲੇ ਰਾਜਧਾਨੀ ਤੁਹਾਡੀ ਹੈ ਨਹੀਂ, ਤੁਹਾਡਾ ਕਤਲੇਆਮ ਹੋਇਆ, ਤੁਹਾਡਾ ਕੋਈ ਉਹ ਹੈ ਨਹੀਂ, ਤੁਹਾਡਾ ਕੋਈ ਇਕਨੋਮਿਕ ਪੈਕੇਜ ਤੁਹਾਨੂੰ ਨਹੀਂ ਮਿਲਿਆ। ਕਿਹੜੇ ਫਰੰਟ ਤੇ ਇਸ ਸਟੇਟ ਨੂੰ, ਪੰਜਾਬ ਨੂੰ ਵੀ ਸਾਡੇ ਬਜ਼ੁਰਗ ਇਹਨਾਂ ਦਾ ਪਾਰਟ ਬਣੇ? ਅੱਜ ਅਵਿਨਾਸ਼ ਸਿੰਘ ਜੀ ਗੱਲ ਕਰ ਰਹੇ ਨੇ, ਸਾਡੇ ਬਜ਼ੁਰਗਾਂ ਨੇ, ਅਸੀਂ 10 ਲੱਖ ਬੰਦਾ ਮਰਵਾ ਲਿਆ। ਵਾਟ ਹੈਵ ਵੀ ਗੇਨਡ? ਸਾਨੂੰ ਮਿਲਿਆ ਕੀ ਹੈ 75 ਸਾਲ 'ਚ? ਚਲੋ ਗੁਰਬਤ, ਗਰੀਬੀ, ਜਿਹੜੀਆਂ ਨੌਕਰੀਆਂ, ਜਿਹੜੇ ਕੋਈ ਤੁਹਾਡੇ ਕੋਲੇ ਇੱਥੇ ਅੱਜ ਹੈ ਨਹੀਂ ਆਮ ਆਦਮੀ ਪਾਰਟੀ ਵਾਲੇ, ਇੱਥੇ ਜਿੰਨਾ ਪ੍ਰਵਾਸੀ ਸੀ ਉਹ ਆ ਕੇ ਇੱਥੇ ਮਜ਼ਦੂਰੀ ਕਰ ਰਿਹਾ। ਜਿਹੜੀਆਂ ਕੋਈ ਕਰੋੜ 2 ਕਰੋੜ ਦੀ, ਲੱਖ 1.5 ਲੱਖ ਡਾਲਰ ਦੀ ਨੌਕਰੀ ਹੈ, ਉਹ ਸਾਰੀਆਂ ਬੰਬੇ ਪੂਨੇ ਨੇ। ਉਹ ਕਿਉਂ ਨਹੀਂ ਹੋ ਸਕਦੀਆਂ ਇੱਥੇ? ਚਲੋ ਮੈਂ ਬ੍ਰੇਕ ਲੈਣਾ। ਉਹਨਾਂ ਨੇ ਸਟੇਟ ਨੂੰ ਗੁਰਬਤ ਦੀ ਤਖਤ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਸੁਣਨਾ। ਮੈਂ ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆਊਂਗਾ। ਇਸ ਵਿੱਚ ਇਮੋਸ਼ਨ, ਸੈਂਟੀਮੈਂਟਸ ਬਹੁਤ ਕੁਛ ਹੈ, ਪਰ ਜੋ ਪ੍ਰੋਫੈਸਰ ਅਵਿਨਾਸ਼ ਸਿੰਘ ਹਰਾਂ ਨੇ ਟਿੱਪਣੀ ਕੀਤੀ ਹੈ, ਸ਼ਰਾਰਤ ਹੈ। ਉਸ ਸ਼ਰਾਰਤ ਦੇ ਉੱਤੇ ਇਹ ਡਿਬੇਟ ਹੈ ਜਿਹੜੀ ਅੱਗੇ ਵਧੇਗੀ। ਵਾਪਸ ਆ ਗਿਆ। ਮੁੜ ਤੋਂ ਤੁਹਾਡਾ ਸਵਾਗਤ। ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ, ਇੰਦਰਾ ਗਾਂਧੀ ਬਾਰੇ ਵਿਵਾਦਤ ਝਾਕੀ ਤੇ ਭਾਰਤ ਦੇ ਸਟੈਂਡ ਨੂੰ ਕਿੰਨਾ ਸੁਣੇਗਾ ਕੈਨੇਡਾ? ਇੱਕ ਮਿੰਟ ਚੰਨੀ ਸਾਹਿਬ, ਮਠਾੜੂ ਸਾਹਿਬ ਆ ਰਹੇ ਹਨ ਤੁਹਾਡੇ ਕੋਲ। ਮੈਂ ਪ੍ਰੋਫੈਸਰ ਅਵਿਨਾਸ਼ ਸਿੰਘ, ਕੁਸ਼ਲਪਾਲ ਹਰਾਂ ਨੂੰ ਇਤਰਾਜ਼ ਹੈ ਤੁਹਾਡੀ ਇਸ ਟਿੱਪਣੀ ਤੇ ਸ਼ਰਾਰਤ ਵਾਲੀ। ਉਹ ਕਹਿੰਦੇ ਸੈਂਟੀਮੈਂਟਸ ਹੈ, ਸਾਡੇ ਕਲੋਜ਼ਰ ਨਹੀਂ ਕੁਛ ਹੋਇਆਗਾ, ਸਾਡੇ ਸਿੱਖ ਡਾਇਸਪੋਰਾ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆਗਾ। ਉਸ ਇਨਸਾਫ ਦਾ ਇਹ ਇੱਕ ਉਹ ਪ੍ਰਦਰਸ਼ਿਤ ਕਰ ਰਿਹਾ ਕਿ ਸਾਨੂੰ ਇਨਸਾਫ ਨਹੀਂ ਮਿਲਿਆ, ਇਸ ਕਰਕੇ ਉਹ ਸੜਕ ਤੇ ਹੈ। ਪ੍ਰੋਫੈਸਰ ਅਵਿਨਾਸ਼ ਸਿੰਘ,
ਮੈਂ ਮਾਨ ਸਾਹਿਬ ਦੇ ਨਾਲ ਸਹਿਮਤ ਹਾਂ, ਕਿਉਂਕਿ ਮਾਨ ਸਾਹਿਬ ਨੇ ਗੱਲਾਂ ਮੈਨੂੰ ਕ੍ਰਿਟਿਸਾਈਜ਼ ਕਰਦੇ, ਜਾਂ ਉਹ ਜਿਹੜੀਆਂ ਗੱਲਾਂ ਕਹੀਆਂ, ਗੱਲਾਂ ਸਾਡੀਆਂ ਦੋਹਾਂ ਦੀਆਂ ਸਾਂਝੀਆਂ ਨੇ। ਪਰ ਮੈਂ ਇਹੀ ਕਹਿਣਾ ਵੀ ਅਸੀਂ ਨਾ ਸ਼ਰਾਰਤ ਨੂੰ ਸਮਝ ਨਹੀਂ ਸਕਦੇ, ਔਰ ਉਹ ਜਦੋਂ ਅਸੀਂ ਨਹੀਂ ਸਮਝਦੇ ਅਸੀਂ ਉਹੀ ਕੰਮ ਕਰ ਜਾਂਦੇ ਹਾਂ ਜਿਹੜਾ ਸਾਡੇ ਕੋਲੋਂ ਸਰਕਾਰਾਂ ਜਾਂ ਸ਼ਰਾਰਤੀ ਤੱਤਵ ਕਰਵਾਉਣਾ ਚਾਹੁੰਦੇ ਆ। ਮੈਂ ਇਹਨਾਂ ਨਾਲ ਬਿਲਕੁਲ ਸਹਿਮਤ ਹਾਂ, ਕਲੋਜ਼ਰ ਨਹੀਂ ਹੋਏ, ਲੇਕਿਨ ਉਹਦੇ ਨਾਲ ਨਾਲ ਇੱਕ ਚੀਜ਼ ਹੋਰ ਜਾਣ ਲਈਏ, ਜਿਹੜਾ ਸਿੱਖ ਪੰਜਾਬ ਤੋਂ ਬਾਹਰ ਬੈਠਾ ਹੈ ਉਹਦੇ ਨਾਲ ਕੀ ਹੁੰਦਾ ਜਦੋਂ ਤੁਸੀਂ ਟਰੈਵਲ ਕਰ ਰਹੇ ਹੁੰਦੇ ਹੋ। ਸਾਡਾ ਜਦੋਂ ਇਮੇਜ ਅਸੀਂ ਕੋਵਿਡ ਵੇਲੇ ਇੱਕ ਬਹੁਤ ਚੰਗੀ ਛਵੀ ਆਲ ਓਵਰ ਦ ਵਰਲਡ ਬਣਾਈ, ਉਹ ਹੁਣ ਕੀ ਹੋ ਰਿਹਾ, ਸਾਨੂੰ ਜਿੱਥੇ ਲੰਘਦੇ ਜਾਂਦੇ ਨੂੰ, ਮੈਂ 2 ਦਿਨ ਪਹਿਲਾਂ ਈਸਟਰਨ ਯੂਪੀ ਦਾ ਚੱਕਰ ਲਗਾ ਕੇ ਆਇਆ ਜੀ, ਦੁਬਾਰਾ ਉਹੀ ਚੀਜ਼ ਆ ਗਈ ਬਈ ਆ ਪੱਗ ਵਾਲਾ ਜਿਹੜਾ ਹੈ ਅਯੋਧਿਆ 'ਚ ਕੀ ਕਰ ਰਿਹਾ, ਕਿਉਂ ਮੱਥਾ ਟੇਕ ਰਿਹਾ, ਕੋਈ ਨਾ ਕੋਈ ਸ਼ਰਾਰਤ। ਗੱਲ ਅਸੀਂ ਦੋਹੇ, ਮਾਨ ਸਾਹਿਬ ਤੇ ਮੈਂ ਵੀ ਮਾਨ ਆ, ਅਸੀਂ ਗੱਲ ਦੋਹੇ ਇੱਕੋ ਹੀ ਕਰ ਰਹੇ ਹਾਂ, ਲੇਕਿਨ ਇਹ ਹੈ ਵੀ ਕਹਿਣ ਦਾ ਨਜ਼ਰੀਆ, ਮੇਰੇ ਸ਼ਾਇਦ ਸ਼ਰਾਰਤ ਸ਼ਬਦ ਉਹਨਾਂ ਨੂੰ ਸਮਝ ਨਹੀਂ ਆਏ, ਲੇਕਿਨ ਮੈਂ ਹੱਥ ਜੋੜ ਕੇ ਨਾਲ ਇਹ ਕਹਿਣਾ, ਜਿੰਨੀ ਵਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਮੈਂਬਰ ਆਫ ਪਾਰਲੀਮੈਂਟ ਬਣਦੇ ਆ, ਕਦੇ ਕਿਰਪਾਨ ਦਾ ਮੁੱਦਾ, ਕਦੇ ਹੋਰ ਮੁੱਦਾ, ਲੇਕਿਨ ਕਦੇ ਉਹਨਾਂ ਨੇ ਉਹ ਜੈਨੂਇਨ ਮੁੱਦੇ ਜਿਹੜੇ ਪੰਜਾਬ ਦੇ ਨੇ ਉਹ ਕਦੇ ਪਾਰਲੀਮੈਂਟ 'ਚ ਉਠਾਏ? ਮੈਂ ਜਵਾਬ ਦਿਆਂਗਾ ਨਹੀਂ ਉਠਾਏ। ਮੈਂ ਉਹਨਾਂ ਨੂੰ ਅੰਮ੍ਰਿਤਸਰ ਦੀ ਪੋਸਟਿੰਗ ਵੇਲੇ ਹਿੰਦੁਸਤਾਨ ਟਾਈਮ 'ਚ ਬਹੁਤ ਨੇੜਿਓਂ ਕਵਰ ਕੀਤਾ ਹੈ। ਉਹ ਸਿਰਫ ਆਪਣੇ ਆਪ ਨੂੰ ਕੰਟਰਾਡਿਕਟ ਕਰਦੇ ਨੇ। ਮੈਂ ਇਹ ਕਹਿਣਾ ਚਾਹਨਾ, ਅਸੀਂ ਕੁਸ਼ਲਪਾਲ ਸਿੰਘ ਤੇ ਮੈਂ ਇੱਕੋ ਹੀ ਗੱਲ ਕਰਨਾ ਚਾਹ ਰਹੇ ਹਾਂ ਬਈ ਜਿਹੜਾ ਸਾਨੂੰ ਸਤਾਇਆ ਗਿਆ ਉਹਦਾ ਕੋਈ ਕਲੋਜ਼ਰ ਨਹੀਂ ਹੈ, ਲੇਕਿਨ ਜੋ ਸਾਡੇ ਨਾਲ ਸ਼ਰਾਰਤ ਪਹਿਲਾਂ ਹੁੰਦੀ ਸੀ, ਪਹਿਲਾਂ ਇੱਕ ਪਾਰਟੀ ਕਰਦੀ ਸੀ, ਹੁਣ ਦੂਸਰੀ ਕਰ ਰਹੀ ਹੈ, ਲੇਕਿਨ ਅਸੀਂ ਉਹਨੂੰ ਸਮਝ ਤੋਂ ਬਾਹਰ ਲਿਜਾ ਕੇ। ਪ੍ਰਸਵਨਾਥ ਸਿੰਘ ਥੋੜਾ ਜਿਹਾ ਸਰ ਮੈਨੂੰ ਥੋੜਾ ਜਿਹਾ ਸਮਝਾ ਦਿਓ ਸਰ। ਤੁਸੀਂ ਕਹਿ ਰਹੇ ਹੋ ਪਹਿਲਾਂ ਇੱਕ ਪਾਰਟੀ ਕਰਦੀ ਸੀ, ਹੁਣ ਦੂਸਰੀ ਕਰ ਰਹੀ ਹੈ, ਉਹਨਾਂ ਜਿਹੜੀਆਂ 2 ਪਾਰਟੀਆਂ ਉਹ ਇੱਥੇ ਹੈ ਜਾਂ ਉਹਨਾਂ ਚੋਂ ਇੱਕ ਹਾਜ਼ਰ ਹੈ ਜਾਂ ਨਹੀਂ ਸਰ? ਨਾ, ਮੈਂ ਤਾਂ ਬਹੁਤ ਕਲੀਅਰ ਤੁਹਾਨੂੰ ਗੱਲ ਕਰਦਾ ਕਿ ਪਾਰਟੀਆਂ ਜਿਹੜੀਆਂ ਨੇ, ਜਿਹੜੇ ਉਸ ਵੇਲੇ ਰੂਲ ਕਰਦੇ ਸੀ, ਉਹਨਾਂ ਨੇ ਸਾਨੂੰ ਆਲੂ ਬਣਾਇਆ। ਲੇਕਿਨ ਇੱਕ ਚੀਜ਼ ਅੱਜ ਵੀ ਤੁਹਾਨੂੰ ਦੁਬਾਰਾ ਦੱਸ ਦਿੰਨਾ, ਇੰਦਰਾ ਗਾਂਧੀ ਵੇਲੇ ਪਗੜੀ ਦੀ ਬੁੱਕਤ ਸੀਗੀ, ਚਾਹੇ ਉਹ ਏਸ਼ੀਅਨ ਗੇਮਸ 82 ਦੀ ਗੱਲ ਕਰ ਲਾਂ ਜਾਂ ਉਹਨਾਂ ਦਿਨਾਂ ਦੇ ਵਿੱਚ ਜਿੰਨੇ ਕੁ ਮਿਨਿਸਟਰ ਸੀ ਜਾਂ ਜਿਸ ਤਰ੍ਹਾਂ ਦੇ ਸੀ, ਕਿਤੇ ਨਾ ਕਿਤੇ ਜਿਹੜੀ ਸਭ ਤੋਂ ਵੱਡੀ ਗਲਤੀ ਹੈ ਉਹ ਦਰਬਾਰ ਸਾਹਿਬ ਦਾ ਆਪਰੇਸ਼ਨ ਹੈ। ਉਹਦੇ ਵਿੱਚ ਐਸ.ਕੇ. ਸਿਨਹਾ ਨੇ ਦੁਬਾਰਾ ਰੀਸੈਂਟਲੀ ਕਿਹਾ, ਜਨਰਲ ਐਸ.ਕੇ. ਸਿਨਹਾ ਉਹ ਹੈ ਜਿਹਨੇ ਬੋਫੋਰਸ ਦੀ ਡੀਲ ਸਾਈਨ ਕੀਤੀ ਸੀ। ਜਨਰਲ ਐਸ.ਕੇ. ਸਿਨਹਾ ਉਹ ਹੈ ਜਿਹਨੇ ਆਪਰੇਸ਼ਨ ਬਲੂ ਸਟਾਰ ਨੂੰ ਮਨਾ ਕੀਤਾ ਸੀ। ਉਹਨੇ ਦੁਬਾਰਾ ਕਿਹਾ ਕਿ ਜਨਾਬ ਇਹ ਸਭ ਤੋਂ ਵੱਡੀ ਬਲੰਡਰ ਸੀ, ਦੁਨੀਆ ਜਾਣਦੀ ਹੈ, ਅਸੀਂ ਮੰਨਦੇ ਹਾਂ ਸਭ ਤੋਂ ਵੱਡੀ ਬਲੰਡਰ ਸੀ। ਲੇਕਿਨ ਅੱਜ ਕੀ ਹੋ ਰਿਹਾ ਹੈ, ਅੱਜ ਅਸੀਂ ਯੂਜ਼ ਕਰ ਰਹੇ ਹਾਂ ਪਗੜੀ ਨੂੰ ਆਪਣੇ ਤਰੀਕੇ ਨਾਲ, ਤਾਂ ਕਿ ਕੱਲ ਨੂੰ ਅਸੀਂ SGPC ਤੇ ਕਾਬਜ ਹੋ ਸਕੀਏ। ਜਿੰਨੇ ਕੁ ਇਸ ਵੇਲੇ ਅਨਸਰ ਨੇ ਉਹ ਰੂਲਿੰਗ ਪਾਰਟੀ ਨੇ। ਠੀਕ ਹੈ ਪ੍ਰਸਵਨਾਥ ਸਿੰਘ, ਮੈਂ ਵਾਪਸ ਆਉਂਗਾ। ਮਠਾੜੂ ਸਾਹਿਬ ਬੋਲੋ, ਕੀ ਕਹਿਣਾ ਚਾਹ ਰਹੇ ਹੋ? ਪ੍ਰਸਵਨਾਥ ਸਿੰਘ ਦਾ ਇੱਕ ਟੇਕ ਲੈ ਲਓ ਨਾਲ, ਤੁਸੀਂ ਜੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ। ਉਹ ਕਹਿੰਦੇ ਕਿ ਪੱਗ ਨੂੰ ਵਰਤਿਆ ਜਾ ਰਿਹਾ, ਉਹ ਕਿਸ ਤਰੀਕੇ ਵਰਤਿਆ ਜਾ ਰਿਹਾ, ਉਹ ਸ਼ਰਾਰਤ ਸਾਨੂੰ ਸਮਝ ਨਹੀਂ ਆ ਰਹੀ। ਮਿਸਟਰ ਮਠਾੜੂ, ਤੁਹਾਡਾ ਟੇਕ। ਮੈਂ ਗੱਲ ਕਲੀਅਰ ਕਰਕੇ ਬੋਲ ਦਿੰਦਾ, ਪ੍ਰੋਫੈਸਰ ਸਾਹਿਬ ਦੀ ਗੱਲ ਕਲੀਅਰ ਕਰ ਦੇਣਾ। ਇਹ 2 ਪਾਰਟੀਆਂ ਦੀ ਜਿਹੜੀ ਗੱਲ ਕਰਦੇ ਆ, ਇੱਕ ਗੱਲ, ਪਹਿਲੀ ਗੱਲ ਇਹ ਕਾਂਗਰਸ ਪਾਰਟੀ ਦੀ ਕਰਦੇ ਆ ਜਿਨ੍ਹਾਂ ਨੇ ਸਿੱਖ ਕੌਮ ਦਾ ਪੂਰਾ ਨੁਕਸਾਨ ਕੀਤਾ, ਔਰ ਉਹਨਾਂ ਨੇ ਸਿੱਖ ਕੌਮ ਨੂੰ ਇੱਕ ਪੱਗ ਵਾਲੇ ਬੰਦੇ ਨੂੰ ਇਸ ਤਰ੍ਹਾਂ ਪ੍ਰੋਜੈਕਟ ਕਰਤਾ ਪੂਰੇ ਦੇਸ਼ ਦੇ ਵਿੱਚ ਕਿ ਇਹ ਤੇ ਆਤੰਕਵਾਦੀ ਹੁੰਦੇ ਆ। ਉਹਨਾਂ ਨੂੰ ਬਦਨਾਮ ਕੀਤਾ ਗਿਆ, ਸਿੱਖ ਕੌਮ ਨੂੰ ਬਦਨਾਮ ਕੀਤਾ ਗਿਆ, ਜਦੋਂ ਕਿ 84 ਤੋਂ ਪਹਿਲਾਂ ਵੀ ਸਿੱਖਾਂ ਨਾਲ ਧੱਕਾ ਹੁੰਦਾ ਹੈ। ਇਹ ਚਾਹੇ ਲੱਖ ਜਾਂ ਪੱਗ ਵਾਲੇ ਦੀ ਇੱਜ਼ਤ ਸੀ, ਇੱਜ਼ਤ ਤਾਂ ਪੱਗ ਵਾਲੇ ਦੀ ਅੱਜ ਵੀ ਹੈ। ਇਹ ਨਹੀਂ ਹੈ ਪੱਗ ਵਾਲੇ ਸਰਦਾਰ ਦੀ ਕੋਈ ਇੱਜ਼ਤ ਨਹੀਂ ਹੈ, ਫੁੱਲ ਹੈ। ਪਰੰਤੂ 1984 ਦੇ ਵਿੱਚ ਜੋ ਕਤਲੇਆਮ ਇੰਦਰਾ ਗਾਂਧੀ ਨੇ ਕਰਵਾਇਆ, ਔਰ ਉਸ ਤੋਂ ਬਾਅਦ ਜੋ ਹੋਇਆ, ਕਿੰਨਾ ਸਾਡਾ ਸਿੱਖ ਨੌਜਵਾਨ ਜਿਹੜਾ ਹੈਗਾ ਉਹਦਾ ਕਤਲੇਆਮ ਕੀਤਾ ਗਿਆ, ਕਿੰਨੀ ਸਿੱਖੀ ਨੂੰ ਬਦਨਾਮ। ਅਗਰ ਯੂਪੀ ਬਿਹਾਰ ਦੇ ਵਿੱਚ ਜਿਸ ਤਰ੍ਹਾਂ ਅਸੀਂ ਕਿਹਾ ਪ੍ਰੋਫੈਸਰ ਸਾਹਿਬ ਨੇ, ਕੋਈ ਵੀ ਚਲਾ ਜਾਂਦਾ ਤਾਂ ਉਹ ਜਿਹੜਾ ਹੈਗਾ ਉਹਨਾਂ ਨੂੰ ਹੋਰ ਨਿਗਾਹ ਨਾਲ ਦੇਖਿਆ ਜਾ ਰਿਹਾ ਸੀ ਕਿ ਜਿਵੇਂ ਅੱਜ ਇਹ ਕਹਿ ਰਹੇ ਕਿ ਅਯੋਧਿਆ ਦੇ ਵਿੱਚ ਕਹਿੰਦੇ ਕਿ ਇੱਥੇ ਕਿਵੇਂ ਆ ਗਏ ਸਰਦਾਰ, ਪਹਿਲਾਂ ਵੀ ਇਹੀ ਗੱਲ ਸੀ। ਔਰ ਇਸੇ ਲਾਈਨ ਤੇ
ਹੁਣ ਭਾਰਤੀ ਜਨਤਾ ਪਾਰਟੀ ਚੱਲ ਰਹੀ ਹੈ। ਮੈਂ ਇਸ ਗੱਲ ਤੇ ਬਿਲਕੁਲ ਤੁਸੀਂ ਸਵਾਲ ਕਰਨਾ ਹੈ ਕਿ ਤੁਹਾਡਾ ਸਮਝੌਤਾ ਰਿਹਾ, ਕਿਉਂਕਿ ਸਮਝੌਤਾ ਜੋ ਹੋਇਆ ਸੀ ਉਸੇ ਗੱਲ ਨੂੰ ਧੋਣ ਵਾਸਤੇ ਹੋਇਆ ਸੀ ਅਟਲ ਬਿਹਾਰੀ ਵਾਜਪੇਈ ਸਾਂਝ ਹੋਣਾ, ਤਾਂ ਕਿ ਇਹ ਜਿਹੜਾ ਲਾਇਆ ਜਾ ਸਕੇ ਔਰ ਕੁਝ ਹੱਦ ਤੱਕ ਇਹ ਠੀਕ ਵੀ ਰਿਹਾ। ਪਰੰਤੂ ਅੱਜ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਪਾਵਰ ਦੇ ਵਿੱਚ ਇੰਨੀ ਜ਼ਿਆਦਾ ਮੈਜੋਰਟੀ ਦੇ ਵਿੱਚ ਆ ਗਈ ਹੈ, ਉਹ ਜੋ ਪਿੱਛੇ ਇੰਦਰਾ ਗਾਂਧੀ ਔਰ ਕਾਂਗਰਸ ਕਰਦੀ ਰਹੀ ਹੈ ਉਹਨਾਂ ਚੀਜ਼ਾਂ ਦੇ ਉੱਪਰ ਅੱਜ ਜਿਹੜਾ ਧੱਕਾ ਕਰਨ ਦੇ ਉੱਪਰ ਉਤਰੇ ਹੋਏ ਆ। ਕਦੇ ਵੱਖਵਾਦੀ ਕਹਿੰਦੇ ਆ, ਕਦੇ ਨਕਸਲਾਈਟ ਕਹਿੰਦੇ ਆ, ਕਦੇ ਕੁਝ ਕਹਿੰਦੇ ਆ। ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਹੀਂ, ਮੈਂ ਹੈਰਾਨ ਅੱਜ ਚੰਨੀ ਸਾਡੇ ਪੰਜਾਬ ਤੋਂ ਨੇ ਸਰਦਾਰ ਭਰਾ ਨੇ ਸਿੱਖ ਹੈਗੇ ਆ ਔਰ ਕਹਿ ਰਹੇ ਆ 40 ਸਾਲ ਹੋ ਗਏ ਯਾਰ, ਹੋਰ ਕਿੰਨਾ ਚਿਰ। ਚੰਨੀ ਸਾਹਿਬ ਇਹ ਤਾਂ 40 ਸਾਲ ਛੱਡੋ 4000 ਸਾਲ ਵੀ ਹੋਣਗੇ ਤਾਂ ਸਿੱਖ ਕੌਮ ਜਿਹੜੇ ਇਹ ਇਸ ਜਿਹੜਾ ਜ਼ੁਲਮ ਨੂੰ ਨਹੀਂ ਭੁੱਲ ਸਕੀ। ਅੱਜ ਤੁਹਾਨੂੰ ਪਤਾ ਨਹੀਂ ਇੰਦਰਾ ਗਾਂਧੀ ਔਰ ਕਾਂਗਰਸ ਦਾ ਕਿਵੇਂ ਪਿਆਰ ਜਾਗ ਗਿਆ। ਤੁਸੀਂ ਵਾਰ-ਵਾਰ ਇਹ ਗੱਲ ਕਹਿ ਰਹੇ ਹੋ ਕਿ ਹੁਣ ਭੁੱਲ ਜਾਣਾ ਚਾਹੀਦਾ। ਨਹੀਂ, ਇਹ ਕਿ ਦਾਗ ਜਿਹੜਾ ਇੰਦਰਾ ਗਾਂਧੀ ਨੇ ਜੋ ਚਲੋ ਚੰਨੀ ਸਾਹਿਬ ਜਵਾਬ ਦੇਣਾ ਚਾਹੁੰਦੇ ਇਸ ਗੱਲ ਦਾ। ਚੰਨੀ ਸਾਹਿਬ ਕਦੇ ਨਹੀਂ ਭੁੱਲਿਆ ਜਾ ਸਕਦਾ। ਚਲੋ ਚੰਨੀ ਸਾਹਿਬ ਤੁਹਾਡਾ ਕਹਿਣ ਦਾ ਮਤਲਬ ਇਹ ਸੀਗਾ ਕਿ ਭੁੱਲ ਜਾਣਾ ਚਾਹੀਦਾ। ਮਿਸਟਰ ਮਠਾੜੂ ਨੂੰ ਇਤਰਾਜ਼ ਹੈ। ਨਹੀਂ, ਮੈਂ ਬੜਾ ਹੈਰਾਨ ਹੈ ਮਠਾੜੂ ਸਾਹਿਬ ਤੇ ਕਿ ਮੈਂ ਕਦੋਂ ਕਿਹਾ ਹੈ ਵੀ ਭੁੱਲਣ ਵਾਲੀ ਗੱਲ ਹੈ ਤੇ ਜਾਂ ਅਸੀਂ ਭੁੱਲ ਜਾਈਏ। ਮਠਾੜੂ ਸਾਹਿਬ ਸੁਣ ਲਈਏ। ਮੈਂ ਤੁਹਾਨੂੰ ਸਾਰਿਆਂ ਨੂੰ ਸੁਣਨਾ ਸਰ, ਮੈਂ ਸੁਣਨਾ ਸਰ ਸਾਰਿਆਂ ਨੂੰ। ਬਾਅਦ ਜੋ ਮਰਜ਼ੀ ਮੈਨੂੰ ਇੱਕ ਵਾਰੀ ਬੋਲੋ। ਦੂਜੀ ਗੱਲ, ਮੈਂ ਪ੍ਰੋਫੈਸਰ ਸਾਹਿਬ ਤੇ ਵੀ ਉਹਨਾਂ ਦੀਆਂ ਜੋ ਉਹਨਾਂ ਦੀ ਕਮੈਂਟਸ ਹੈਗੇ ਨੇ ਉਹਨਾਂ ਤੇ ਵੀ ਮੈਨੂੰ ਕਾਫੀ ਤੌਰ ਤੇ ਹੈਰਾਨੀ ਹੈ। ਇਹ ਕਹਿੰਦੇ ਆ ਵੀ ਦੇਖੋ, ਪਹਿਲਾਂ ਤਾਂ ਗੱਲ ਇਹ ਦੱਸੋ ਵੀ ਆਪਾਂ ਚਲੋ ਸਾਰੇ ਸਿੱਖ ਕਮਿਊਨਿਟੀ ਦੇ ਹੈਗੇ ਆ, ਕਿਹੜਾ ਸਿੱਖ ਹੈ ਜਿਹੜਾ ਇਸ ਗੱਲ ਨੂੰ ਮਾਫ ਕਰ ਸਕਦਾ ਹੈ? ਤੇ ਮੈਂ ਤਾਂ ਇਹ ਵੀ ਇੱਕ ਟਵੀਟ ਇਹ ਵੀ ਕਰਦਾ ਹੈ ਕਿ whenever any Sikh dies, he dies with a wounded soul because of these two events, Operation Blue Star and anti-Sikh ਜਿਹੜਾ ਪ੍ਰੋਗਰਾਮ ਰੈਟਸ ਹੋਏ। ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਹੁਣ ਤੁਸੀਂ ਇਹ ਦੇਖੋ ਵੀ ਗਿਆਨੀ ਜੀ ਤੋਂ ਵੱਡਾ ਤਾਂ ਮੇਰਾ ਖਿਆਲ ਜਿੰਨਾ ਉਹਨਾਂ ਦਾ ਬਲੀਫ ਸੀਗਾ ਜਾਂ ਜਿੰਨੀ ਉਹਨਾਂ ਦਾ ਨੌਲੇਜ ਸੀ ਜਾਂ ਗੁਰੂ ਨੂੰ ਮੰਨਣ ਵਾਲੇ ਸੀ ਜਾਂ ਰਾਸ਼ਟਰਪਤੀ ਭਵਨ ਦੇ ਵਿੱਚ ਵੀ ਆਪਣੇ ਸਿਰ ਤੇ ਗੁਰੂ ਸਾਹਿਬ ਦੀ ਦੇਹ ਲੈ ਕੇ ਗਏ ਉਹ ਮਤਲਬ ਉਹ ਜਿਹੜਾ ਬੰਦਾ ਹੈਗਾ ਕਿ ਉਹ ਕਦੇ ਵੀ ਇਸ ਗੱਲ ਨੂੰ ਮਤਲਬ ਉਹ ਮਾਨਤਾ ਦੇ ਸਕਦਾ ਜਾਂ ਲਾਈਕ ਕਰ ਸਕਦਾ। ਸੋ ਕੋਈ ਵੀ ਸਿੱਖ ਨਹੀਂ ਕਰਦਾ, ਚਾਹੇ ਕਿਸੇ ਵੀ ਅਹੁਦੇ ਤੇ ਹੋਵੇ, ਕਿਉਂਕਿ ਜਦੋਂ ਜਿੰਨੀ ਦੇਰ ਉਹ ਸਿੱਖ ਹੈ ਉਹ ਰਾਦਰ ਜਿਹੜੇ ਬੰਦੇ ਵੀ ਹਿਊਮੈਨਿਟੀ ਨੂੰ ਪਿਆਰ ਕਰਦੇ ਆ ਉਹ ਇਹ ਦੋ ਇਵੈਂਟਸ ਨੂੰ ਨਹੀਂ ਮਾਫ ਕਰ ਸਕਦੇ। ਪਰ ਗੱਲ ਇਹ ਹੈਗੀ ਹੈ ਕਿ ਅਸੀਂ ਕਿੰਨੀ ਦੇਰ ਇਸ ਚੀਜ਼ ਦੇ ਵਿੱਚ, ਮੈਂ ਕਹਿੰਦਾ ਜ਼ਰੂਰ ਮਨਾਓ ਵਰਸੀਆਂ, ਹੋਣਾ ਚਾਹੀਦਾ ਸਾਰਾ। ਪਰ ਜਿੱਥੋਂ ਤੱਕ ਦੇਖੋ, ਪਹਿਲਾਂ ਤਾਂ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਜਿਹੜਾ ਖਾਲਿਸਤਾਨ ਹੈਗਾ, ਜਿਹੜੇ ਸਾਡੇ ਭਰਾ ਉੱਥੇ ਬਾਹਰ ਗਏ ਨੇ, ਪਹਿਲਾਂ ਤੇ ਦੱਸ ਦੇਣ ਵੀ ਇਹਨਾਂ ਨੂੰ ਖਾਲਿਸਤਾਨ ਕੈਨੇਡਾ ਚਾਹੀਦਾ ਕਿ ਇਹਨਾਂ ਨੂੰ ਖਾਲਿਸਤਾਨ ਇੰਡੀਆ ਚਾਹੀਦਾ। ਨਹੀਂ, ਫਿਰ ਚੰਨੀ ਸਾਹਿਬ ਉਹ ਸਵਾਲ ਕਰਦੇ ਆ ਜੋ ਕੈਨੇਡਾ ਯੂਕੇ ਵਿੱਚ ਕੁਝ ਹੁੰਦਾ ਤੁਸੀਂ ਬੜਾ ਉੱਡ ਕੇ ਬੋਲਦੇ ਹੋ, ਅਮਰੀਕਾ 'ਚ ਕੁਝ ਹੁੰਦਾ ਤੁਸੀਂ ਬੋਲਦੇ ਨਹੀਂਗੇ। ਨਹੀਂ, ਕਿਉਂ ਨਹੀਂ ਬੋਲਦੇ? ਅਸੀਂ ਬੋਲਦੇ ਹਾਂ। ਮੈਂ ਇਹ ਵੀ ਯਾਦ ਕਰਾਉਣਾ ਚਾਹੁੰਦਾ ਕਿ ਅਮਰੀਕਾ ਵਰਗੇ ਕੰਟਰੀ ਦੇ 4 ਪ੍ਰੈਜ਼ੀਡੈਂਟ, ਰਾਸ਼ਟਰਪਤੀ ਜਿਹੜੇ ਉਹਨਾਂ ਦੇ ਹੈਗੇ ਨੇ, ਉਹ ਦੇ ਵਰ ਕਿਲਡ ਅਲਟੀਮੇਟਲੀ, ਅਬਰਾਹਮ ਲਿੰਕਨ ਤੋਂ ਲੈ ਕੇ ਕੈਂਡੀ ਤੱਕ। ਅਸੀਂ ਇਹ ਚਾਹੁੰਦੇ ਹਾਂ ਕਿ ਭਾਈ ਇਹਦੇ ਜਿਹੜਾ ਮਾਰੋ ਮਾਰੀ ਹੈਗੀ ਇਹਦੇ ਵਿੱਚ ਨਹੀਂ ਕੁਝ ਪਿਆ, ਕੁਝ ਵਾਪਸ ਨਹੀਂ ਹੁੰਦਾ। ਪਰ ਤੁਸੀਂ ਦੇਖੋ, ਜੇ ਇਹ ਗੱਲ ਜੇ ਕੈਨੇਡਾ ਹੀ ਕਰ ਸਕਦਾ ਆਪਣੇ, ਬੜੀ ਸੌਫਟ ਕਮੈਂਟ ਨਹੀਂ। ਚੰਨੀ ਸਾਹਿਬ ਇੱਕ ਚੀਜ਼ ਹੋਰ ਸਕਦਾ। ਚੰਨੀ ਸਾਹਿਬ, ਤੁਸੀਂ ਕੈਨੇਡਾ ਨਾਲ ਰਿਸ਼ਤੇ ਚੰਗੇ ਚਾਹੁੰਦੇ ਹੋ? ਸਰ ਅਸੀਂ ਚਾਹੁੰਦੇ ਹਾਂ, ਪਰ ਉਹ ਨਹੀਂ ਚਾਹੁੰਦੇ। ਉਹ ਨਹੀਂ ਚਾਹੁੰਦੇ ਤੁਹਾਨੂੰ ਚੰਨੀ ਸਾਹਿਬ, ਮੈਂ ਥੋੜਾ ਯਾਦ ਕਰ ਦਵਾਂ। ਚੰਨੀ ਸਾਹਿਬ, ਜਸਟਿਨ ਟਰੂਡੋ ਇੱਥੇ ਇੰਡੀਆ ਆਏ ਸੀਗੇ, ਉਦੋਂ ਕਿਹੋ ਜਿਹਾ ਤੁਸੀਂ ਵੈਲਕਮ ਕੀਤਾ ਸੀ, ਤੁਹਾਨੂੰ ਯਾਦ ਹੈ ਸਰ? ਚੰਨੀ ਸਾਹਿਬ ਦੇਖੋ, ਗੱਲ ਇਹ ਹੈਗੀ ਹੈ ਕਿ ਜਿਹੜੀ ਗਵਰਨਮੈਂਟ ਜਿਸ ਤਰ੍ਹਾਂ ਦਾ ਬਿਹੇਵੀਅਰ ਕਰੇਗੀ, ਜਿਸ ਤਰ੍ਹਾਂ ਦਾ ਉਹ ਇੰਡੀਆ ਨੂੰ, ਹੁਣ ਜਿਵੇਂ ਹੁਣ ਕੀ ਹੋ ਰਿਹਾ, ਇਹ ਕੱਲ ਨੂੰ ਆਣਗੇ ਤੇ ਡੂ ਦੇ ਐਕਸਪੈਕਟ ਕਿ ਸਾਨੂੰ ਬਹੁਤ ਜ਼ਿਆਦਾ ਹੋਣਾ ਚਾਹੀਦਾ। ਜਦੋਂ ਤੁਸੀਂ ਸਾਡੇ ਮੁਲਕ ਦੀ ਸੋਵਰਨਟੀ ਦੇ ਨਾਲ ਖੇਲ ਰਹੇ ਹੈ, ਇੰਟੈਗ੍ਰਿਟੀ ਦੇ ਨਾਲ ਖੇਲ ਰਹੇ ਹੈ, ਫਿਰ ਤੁਸੀਂ ਕਹੋ ਵੀ ਸਾਨੂੰ ਉਹੀ ਮਾਨ ਸਨਮਾਨ ਮਿਲ ਜਾਣਾ ਚਾਹੀਦਾ। ਇਦੋਂ ਸੌਫਟ ਸਟੇਟ ਕੋਈ ਹੋ ਹੀ ਨਹੀਂ ਸਕਦੀ। ਔਰ ਉੱਥੇ ਪਰਮਿਟ ਕਰ ਰਹੇ, ਔਰ ਉੱਥੋਂ ਦੀ ਜਿਹੜੀ ਇਹਨਾਂ ਨੂੰ ਭੁਗਤਾਨ, ਜਦੋਂ ਤੁਸੀਂ ਕਿਸੇ ਦੇ ਘਰ ਚ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਨਾ, ਉਹ ਫਿਰ ਜਦੋਂ ਬਸੰਤਰ ਆਉਂਦੀ ਹੈ ਤਾਂ ਉਹ ਕਹਿੰਦਾ ਵੀ ਇਹ ਦੂਜੇ ਦੇ ਘਰੇ ਬਸੰਤਰ ਹੁੰਦੀ ਹੈ, ਜਦੋਂ ਆਪ ਦਾ ਸਾਡਾ ਫੇਰ ਪਤਾ ਲੱਗੂ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਅਲਟੀਮੇਟਲੀ ਕੈਨੇਡਾ ਨੂੰ ਵੀ ਭੁਗਤਣੀਆਂ ਪੈਣੀਆਂ ਨੇ। ਇਟਸ ਨਾਟ ਗੁੱਡ ਫॉर ਕੈਨੇਡਾ ਆਲਸੋ। ਠੀਕ, ਮੈਂ ਇੱਕ ਹੋਰ ਛੋਟਾ ਬ੍ਰੇਕ ਲੈ ਲਵਾਂ। ਬ੍ਰੇਕ ਤੋਂ ਬਾਅਦ ਅਸੀਂ ਆਖਰੀ ਹਿੱਸੇ ਵਿੱਚ ਹੋਵਾਂਗੇ। ਸਵਾਲ ਬਹੁਤ ਸਾਰੇ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਜਵਾਬ ਲਿਆ ਜਾਵੇ। ਵਾਪਸ ਆ ਰਹੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਇੰਦਰਾ ਗਾਂਧੀ ਬਾਰੇ ਵਿਵਾਦਤ ਝਾਕੀ ਤੇ ਭਾਰਤ ਦੇ ਸਟੈਂਡ ਨੂੰ ਕਿੰਨਾ ਸੁਣੇਗਾ ਕੈਨੇਡਾ?
ਕੁਸ਼ਲਪਾਲ ਜੀ ਬਹੁਤ ਸੰਖੇਪ ਵਿੱਚ ਟਿੱਪਣੀ ਕਰਿਓ ਸਰ। ਮੈਂ ਇੱਕ ਸਵਾਲ ਤੁਹਾਨੂੰ ਇਹ ਪੁੱਛਣ ਜਾ ਰਿਹਾ ਕਿ ਜੇ ਕੈਨੇਡਾ ਇੰਡੀਆ ਦੇ ਰਿਸ਼ਤੇ ਬਹੁਤੇ ਸੁਖਾਵੇਂ ਨਹੀਂ ਹੈਗੇ ਕੁਸ਼ਲਪਾਲ ਜੀ, ਤਾਂ ਉਸ ਦੇ ਵਿਚਾਲੇ ਕੀ ਇਹ ਟੂਲ ਦਿੱਤਾ ਜਾ ਰਿਹਾ ਇਹਨਾਂ ਪਾਲਿਸੀ ਮੇਕਰਸ ਨੂੰ ਕਿ ਇਹ ਟੂਲ ਹੈ ਭਾਈ ਤੁਸੀਂ ਹੋਰ ਰਿਸ਼ਤੇ ਆਪਦੇ ਵਿਗਾੜ ਲਓ ਜਾਂ ਸੁਧਾਰ ਲਓ, ਇਹ ਬੇਸ ਦਿੱਤਾ ਜਾ ਰਿਹਾ ਸਰ ਕੁਸ਼ਲਪਾਲ ਜੀ? ਇਸ ਤਰ੍ਹਾਂ ਹੈ, ਪਹਿਲੀ ਗੱਲ ਤਾਂ ਮੈਂ ਤੁਹਾਡੀ ਗੱਲ ਦਾ ਜਵਾਬ ਦਿੰਦਾ। ਇੱਕ ਮੈਂ ਪ੍ਰੋਫੈਸਰ ਅਵਿਨਾਸ਼ ਸਿੰਘ ਬੜੇ ਸੀਜ਼ਨਡ ਨੇ, ਬਹੁਤ ਪੜ੍ਹੇ ਲਿਖੇ ਨੇ ਸਰ। ਡਿਬੇਟ ਬਹੁਤ ਲੰਬੀ ਹੋ ਜੂਗੀ ਸਰ, ਆਪਾਂ ਉਹਦਾ ਜਵਾਬ ਹੋ ਚੁੱਕਿਆ ਸਰ। ਪਲੀਜ਼ ਮੇਰੀ ਗੱਲ ਮੰਨ ਲਓ ਕੁਸ਼ਲਪਾਲ ਜੀ, ਬੜੇ ਸਿਆਣੇ ਸੁਲਝੇ ਹੋਏ ਤੁਸੀਂ ਸਰ। ਥੋੜਾ ਜਿਹਾ ਨਾ ਡਿਬੇਟਸ ਜਿਹੜੀਆਂ ਨੇ ਪਾਰਲੀਮੈਂਟ ਦੀਆਂ ਜੇ ਸੁਣ ਲੈਣ ਫੇਰ ਪਤਾ ਲੱਗ ਜਾਏਗਾ। ਚਲੋ ਕੋਈ ਨਹੀਂ, ਉਹ ਆਪਾਂ ਵੱਖਰਾ ਕਰ ਲਾਂਗੇ ਸਰ। ਹੁਣ ਤੇ ਆਪਾਂ ਮਾਨ ਸਾਹਿਬ ਇਸ ਵਿਸ਼ੇ ਤੇ ਆਈਏ ਪਲੀਜ਼। ਦੂਜੀ ਗੱਲ ਇਹ ਹੈਗੀ ਹੈ, ਦੇਖੋ ਹੁਣ ਚੰਨੀ ਸਾਹਿਬ ਨੇ ਕਿਹਾ ਵੀ ਜਦੋਂ ਜਸਟਿਨ ਟਰੂਡੋ ਆਇਆ ਉਹਨਾਂ ਨੇ ਐ ਕੀਤਾ, ਉਹ ਤਾਂ ਤੁਹਾਡੇ ਘਰ ਚੱਲ ਕੇ ਆਏ, ਘਰ ਆਇਆਂ ਨੂੰ ਆਪਾਂ ਬੇਇੱਜ਼ਤ ਕੀਤਾ, ਨੰਬਰ 1। ਨੰਬਰ 2, ਜਿਹੜੀਆਂ ਵੀ ਸਰਕਾਰਾਂ ਸਿੱਖ ਸੈਂਟੀਮੈਂਟ ਦੇ, ਸਿੱਖ ਇਸ਼ੂ ਨੂੰ ਅੰਡਰਸਟੈਂਡ ਕਰਦੀਆਂ ਨੇ, ਔਰ ਦੂਸਰੀ ਗੱਲ ਇਹ ਹੈ ਵੀ ਉਸ ਇਸ਼ੂ ਨੂੰ ਅੰਡਰਸਟੈਂਡ ਕਰਕੇ ਦੇ ਆਰ ਸਿੱਖ ਸਿੰਪੈਥੈਟਿਕ, ਉਹ ਜਿਹੜੀ ਇਹ ਹੁਣ ਸਪੈਸ਼ਲੀ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਹੈਗੀ ਹੈ ਉਹਨਾਂ ਨੂੰ ਹੇਟ ਨਾਲ ਦੇਖ ਰਹੀ ਹੈ। ਇਹ ਕੈਨੇਡਾ ਨੂੰ ਹੇਟ ਨਾਲ ਦੇਖਦੇ ਨੇ, ਉਧਰੋਂ ਹੇਟ ਨਹੀਂ ਹੈਗੀ, ਹੇਟ ਮੌਂਗਰਿੰਗ ਇਧਰੋਂ ਜਾ ਰਹੀ ਹੈ। ਤੁਸੀਂ ਇੰਡੀਆ ਦਾ ਜਿਹੜਾ ਨੈਸ਼ਨਲ ਮੀਡੀਆ ਉਹਦਾ ਕਦੀ ਨੈਰੇਟਿਵ ਦੇਖਿਆ ਕਰੋ ਕੈਨੇਡਾ ਬਾਰੇ। ਇਟ ਇਜ਼ ਸੋ ਸੈਡ। ਉਹ ਤਾਂ ਤੁਹਾਡੇ ਇੰਨੇ ਬੰਦਿਆਂ ਨੂੰ ਸਾਂਭੀ ਬੈਠੇ ਨੇ, ਤੁਹਾਨੂੰ ਇੰਪਲੋਇਮੈਂਟ ਦੇ ਰਹੇ ਨੇ, ਇੰਨਾ ਉਹਨਾਂ ਦਾ ਪੈਸਾ ਤੁਹਾਡੇ ਕੋਲ ਆ ਰਿਹਾ ਤੇ ਤੁਸੀਂ ਉਹਨਾਂ ਬਾਰੇ ਆ ਕੁਝ ਕਰਦੇ ਹੋ। ਚਲੋ ਐਂਡ ਇਹ ਹਾਂਜੀ ਮੈਂ 1 ਮਿੰਟ ਰੁਕ ਜਾਓ। ਹਾਂ ਚੰਨੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਮੈਂ ਇਹ ਕਹਿਣਾ ਚਾਹੁੰਦਾ ਕਿ ਦੇਖੋ ਜਿਹੜੇ ਮੁਲਕ ਹੈ ਉਹ ਤਾਂ ਆਪਣੀ ਜਗ੍ਹਾ ਤੇ ਹੈਗੇ, ਪਰ ਜਿਹੜੀ ਬਲੈਕ ਲਿਸਟ ਖਤਮ ਕੀਤੀ, ਉਹ ਕਿਹਨੇ ਬਲੈਕ ਲਿਸਟ ਖਤਮ ਕੀਤੀ ਇੰਨੇ ਸਾਲਾਂ ਦੀ? ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਭਰਾ ਉੱਥੇ ਗਏ ਨੇ, ਐਸਟੈਬਲਿਸ਼ ਹੋਏ ਨੇ, ਅਸੀਂ ਉਹਨਾਂ ਦਾ ਕੋਈ ਜਿਹੜਾ ਹੈਗਾ ਮਾੜੀ ਗੱਲ। ਚੰਨੀ ਸਾਹਿਬ ਤੁਹਾਨੂੰ ਉਧਰਲੇ ਕਾਨੂੰਨ ਦਾ ਵੀ ਪਤਾ, ਸੰਵਿਧਾਨ ਦਾ ਵੀ ਪਤਾ ਹੈ, ਜਿਨ੍ਹਾਂ ਨੇ ਇਹ ਕੰਮ ਕੀਤਾ ਸਰ ਉਹਨਾਂ ਤੇ ਕੀ ਕਾਰਵਾਈ ਚਾਹੁੰਦੇ ਹੋ ਤੁਸੀਂ? ਹੋ ਜੂਗੀ ਸਰ ਉਹਦੇ ਸੰਵਿਧਾਨ ਦੇ ਹਿਸਾਬ ਨਾਲ, ਕਾਨੂੰਨ ਦੇ ਹਿਸਾਬ ਨਾਲ? ਦੇਖੋ ਜਿਹੜਾ ਬੰਦਾ ਜਿਸ ਮੁਲਕ ਦੇ ਵਿੱਚ ਰਹਿ ਕੇ ਕੋਈ ਕ੍ਰਾਈਮ ਕਰਦਾ ਹੈ ਉਹਨੂੰ ਉਸ ਮੁਲਕ ਦੇ ਕਾਨੂੰਨ ਨੇ ਸਜ਼ਾ ਦੇਣੀ ਹੈ। ਨਾ ਇੰਡੀਆ ਦਾ ਕਾਨੂੰਨ ਉੱਥੇ ਲੱਗ ਸਕਦਾ, ਨਾ ਕੈਨੇਡਾ ਦਾ ਕਾਨੂੰਨ ਇੱਥੇ ਲੱਗ ਸਕਦਾ। ਪਰ ਅਸੀਂ ਚਾਹੁੰਦੇ ਹਾਂ ਕਿ ਉਹ ਇਹੋ ਜਿਹੀਆਂ ਪਰਮਿਸ਼ਨ ਦੇ ਕੇ, ਇਹੋ ਜਿਹੀ ਟੋਲਰੈਂਸ ਦੇ ਨਾਲ ਜਿਹੜੇ ਹਾਲਾਤ ਹੈਗੇ ਨੇ ਪੰਜਾਬ ਇੱਥੇ ਇੰਡੀਆ ਦੇ ਵਿੱਚ ਵੀ ਤੇ ਕੈਨੇਡਾ ਦੇ ਵਿੱਚ ਅਨਸੁਖਾਵੇਂ ਨਾ ਕਰਨ, ਕਿਉਂਕਿ ਜਿਹੜੀ ਚੀਜ਼ ਨਹੀਂ ਠੀਕ ਉਹ ਨਹੀਂ ਠੀਕ, ਉਹ ਅੱਜ ਵੀ ਅਸੀਂ ਪਛਤਾਵਾਂਗੇ, ਕੱਲ ਨੂੰ ਵੀ ਪਛਤਾਵਾਂਗੇ। ਸੋ ਜਿਹੜੀ ਜਿੱਥੋਂ ਤੱਕ ਸਿੱਖਾਂ ਦਾ ਸਵਾਲ ਹੈ, ਕਮਿਊਨਿਟੀ ਦਾ ਸਵਾਲ ਹੈ, ਜਿੰਨੇ ਕੰਮ ਆਪਣੇ ਆਨਰੇਬਲ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੇ ਕੀਤੇ ਨੇ, ਸ਼ਾਇਦ ਪਿਛਲੇ 75 ਸਾਲਾਂ ਦੇ ਵਿੱਚ ਕੋਈ ਨਹੀਂ। ਚੰਨੀ ਸਾਹਿਬ ਪ੍ਰੈਸ ਅਵਿਨਾਸ਼ ਸਿੰਘ ਨੇ ਬਹੁਤ ਤਿੱਖੀ ਟਿੱਪਣੀ ਕੀਤੀ ਹੈ। ਇੱਕ ਮੇਰਾ ਖਿਆਲ ਸ਼ਾਇਦ ਤੁਸੀਂ ਉਹਨੂੰ ਮਿਸ ਕਰਦੇ ਪਏ ਹੋ। ਉਹ ਕਹਿੰਦੇ ਸ਼ਰਾਰਤ ਹੋਈ ਆ, ਉਹ ਸ਼ਰਾਰਤ ਵਿੱਚ ਕੌਣ ਸ਼ਾਮਲ ਹੈ ਚੰਨੀ ਸਾਹਿਬ? ਦੇਖੋ ਅਸੀਂ ਤਾਂ ਜਿਹੜੇ ਬੰਦੇ ਦੀ ਸਰਕਾਰ ਹੁੰਦੀ ਆ ਉਹ ਸ਼ਰਾਰਤ ਨਹੀਂ ਕਰਦੇ। ਜਿਹੜੇ ਬੰਦੇ ਆਊਟ ਆਫ ਪਾਵਰ ਹੁੰਦੇ ਉਹਨਾਂ ਨੂੰ ਇਹੋ ਜਿਹੀਆਂ ਕੁਝ ਜਿਹੜੀਆਂ ਸ਼ਰਾਰਤਾਂ ਕਿੰਤੇ ਸ਼ੱਕ ਹੈ ਚੰਨੀ ਸਾਹਿਬ? ਕਿੰਤੇ ਸ਼ੱਕ ਹੈ ਚੰਨੀ ਸਾਹਿਬ? ਉੱਥੇ ਹੋਰ ਗੱਲ ਕਿੰਤੇ ਤੇ ਸ਼ੱਕ ਹੈ ਤੁਹਾਨੂੰ ਚੰਨੀ ਸਾਹਿਬ? ਨਹੀਂ ਮੈਂ ਉੱਥੇ ਪਤਾ ਕੀ ਹੈ, ਉੱਥੇ ਜਿਹੜੀ ਹੈ ਸਾਡੇ ਤੇ ਐਸਜੀਪੀਸੀ ਹੈ, ਸਾਡੇ ਗੋਲ ਕਿਤੇ ਕੰਟਰੋਲਡ ਨੇ, ਫਿਰ ਵੀ ਮਤਲਬ ਕੁਝ ਥੋੜੇ ਗੁਰਦੁਆਰੇ ਹੈਗੇ ਜਿੱਥੇ ਉਹ ਆਪ ਇੰਡੀਪੈਂਡੈਂਟ ਨੇ, ਪਰ ਉੱਥੇ ਤਾਂ ਸਾਰੇ ਗੋਲ ਕਿ ਜਿਹੜਾ ਬੰਦੇ ਦਾ ਗੁਰਦੁਆਰਾ ਉਸੇ ਦਾ ਹੀ ਹੈ। ਉਹਦੇ ਪਤਾ ਨਹੀਂ ਕਿੰਨੇ ਹਜ਼ਾਰ ਡਾਲਰ ਦੇ ਕੇ ਉਹਦੇ ਮੈਂਬਰ ਬਣਦੇ ਨੇ, ਉਹਦਾ ਉੱਥੇ ਦੁਕਾਨਾਂ ਚਲਾਉਂਦੇ। ਮਾਨ ਸਾਹਿਬ 30 ਸੈਕਿੰਡ ਹੈ ਪਲੀਜ਼। ਮੈਂ ਤਾਂ ਇੱਕੋ ਹੀ ਗੱਲ ਕਹਿਣੀ ਹੈ ਜੀ, ਚੰਨੀ ਸਾਹਿਬ ਕਹਿੰਦੇ ਵੀ ਮੋਦੀ ਸਾਹਿਬ ਨੇ ਬਹੁਤ ਸਿੱਖਾਂ ਦੇ ਕੰਮ ਕੀਤੇ, ਜਿਹੜੇ ਵਿਚਾਰੇ ਬੇਕਸੂਰ ਦਿਬਰੂਗੜ੍ਹ ਡੱਕੇ ਵੇ ਨੇ, ਜਿਹੜੇ ਸਜ਼ਾਵਾਂ ਪੂਰੀਆਂ ਕੀਤੀਆਂ ਨੇ, ਉਹ ਵੀ ਸਿੱਖ ਨੇ, ਉਹਨਾਂ ਦੇ ਕੰਮ ਕਰ ਦੋ ਯਾਰ, ਕੋਈ ਤਾਂ ਸੈਂਟੀਮੈਂਟ ਕੂਲ ਹੋਵੇ। ਔਰ ਇਹ ਜਿਹਦਨ ਦਾ ਦਿਬਰੂਗੜ੍ਹ ਭੇਜੇ ਨੇ, ਜਿਹੜਾ ਆ ਅਤਿਆਚਾਰ ਕੀਤਾ ਹੈ ਸਰਕਾਰ ਨੇ ਹੁਣ 2023 ਚ, ਉਹਦੇ ਚ ਬਾਹਰ ਸੈਂਟੀਮੈਂਟ ਹੋਰ ਭੜ ਗਿਆ। ਚਲੋ ਮੈਂ ਮਿਸਟਰ ਮਠਾੜੂ, ਇੱਕ ਮਿੰਟ ਰੁਕ ਜਾਓ ਮਿਸਟਰ ਮਠਾੜੂ, ਤੁਹਾਨੂੰ ਇਹ ਸਿਰਫ ਸੈਂਟੀਮੈਂਟਸ ਦਾ ਹੀ ਮੁੱਦਾ ਲੱਗਦਾ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਸ਼ਰਾਰਤ ਹੈ ਰਸਵਨਾਥ ਸਿੰਘ ਜੋ ਕਹਿ ਰਹੇ? ਕੇਪੀ ਜੀ, ਅਗਰ ਜੋ ਅਮਰੀਕਾ ਦੇ ਵਿੱਚ ਰਾਜੇ ਵੜਿੰਗ ਨਾਲ ਹੋਇਆ ਉਹਨੂੰ ਵੀ ਆਪਾਂ ਸ਼ਰਾਰਤ ਕਹਾਂਗੇ? ਸ਼ਰਾਰਤ ਨਹੀਂ, ਮੈਂ ਤੁਹਾਨੂੰ ਇਹੀ ਗੱਲ ਕਹਿੰਦਾ, ਤੁਹਾਡੇ ਲੀਡਰਾਂ ਨਾਲ ਵੀ ਹੋ ਚੁੱਕਿਆ ਮਠਾੜੂ ਸਾਹਿਬ, ਤੁਸੀਂ ਭੁੱਲ ਜਾਂਦੇ ਹੋ। ਸਾਰੇ ਲੀਡਰਾਂ ਨਾਲ ਹੋ ਚੁੱਕਿਆ ਸਰ, ਮੈਂ ਯਾਦ ਕਰਾ ਦੇਵਾਂ, ਜੇ ਸੁਣਨਾ ਤਾਂ ਯਾਦ ਕਰਾ ਦੇਣਾ ਸਾਰੇ ਲੀਡਰਾਂ ਦੇ। ਬੋਲੋ ਸਰ। ਗੱਲ ਮੈਂ ਸਾਡੇ ਲੀਡਰਾਂ ਨਾਲ ਜੋ ਹੋਇਆ, ਜੋ ਅੱਜ ਦਿਨ ਚੱਲ ਰਹੇ ਨੇ, ਅੱਜ ਦਿਨ ਉਹ ਨਹੀਂ, ਸਾਨੂੰ ਤਾਂ ਇੱਕ ਝੂਠੇ ਪ੍ਰੋਪੋਗੰਡੇ ਦੇ ਰਾਹੀਂ ਬਦਨਾਮ ਕੀਤਾ ਗਿਆ। ਇਹ ਤੇ ਬਾਏ ਆਰਡਰ ਜੋ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਇਆ। ਮੈਂ ਤੇ ਚੰਨੀ ਜੀ ਤੇ ਹੈਰਾਨ ਹੈ, ਸਾਡੇ ਬੜੇ ਸਤਿਕਾਰਯੋਗ ਹੈ, ਅੱਜ ਪਤਾ ਨਹੀਂ ਕਿਹੋ ਜਿਹਾ ਸਟੈਂਡ ਲੈ ਕੇ ਬੈਠੇ ਹੋਏ ਨੇ। ਮੈਂ ਇਹ ਕਹਿੰਦੇ ਕ੍ਰਾਈਮ ਕੀਤਾ, ਕ੍ਰਾਈਮ। ਮੈਂ
ਇਹ ਤਾਂ ਚਲੋ ਕੈਨੇਡਾ ਦੀ ਸਰਕਾਰ, ਕੈਨੇਡਾ ਦੀ ਪੁਲਿਸ, ਉਹ ਦੱਸ ਸਕਦੇ ਆ ਕਿ ਇਸ ਨੂੰ ਝਾਂਕੀ ਕੱਢਣ ਨੂੰ ਕ੍ਰਾਈਮ ਕਹਿੰਦੇ ਆ। ਬਟ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ, ਮੈਂ ਇਹੀ ਗੱਲ ਕਹਿਣੀ ਚਾਹੁੰਦਾ ਕਿ ਜੋ ਉੱਥੇ ਹੋਇਆ, ਸੈਂਟੀਮੈਂਟਸ ਜਿਹੜੇ ਸਾਡੇ ਸਿੱਖ ਭਰਾਵਾਂ ਦੇ ਹੈਗੇ ਆ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਆਪਣਾ ਜਿਹੜਾ ਪ੍ਰੋਟੈਸਟ ਕਰਨਾ ਚਾਹੁੰਦੇ ਆ। ਕੋਈ ਪੰਜਾਬ ਦੇ ਵਿੱਚ ਦੇਖੋ, ਪੰਜਾਬ ਇਹ ਕਹਿੰਦੇ ਪੰਜਾਬ ਦੇ ਵਿੱਚ ਕਿਉਂ ਨਹੀਂ ਕਰ ਰਹੇ, ਜਿਵੇਂ ਤੁਸੀਂ ਕਿਹਾ ਸਾਡੇ ਪ੍ਰੋਫੈਸਰ ਸਾਹਿਬ ਨੇ ਕਿਹਾ ਪੰਜਾਬ 'ਚ ਜਾਂ ਆਪਣੇ ਦੇਸ਼ 'ਚ। ਆਪਣੇ ਦੇਸ਼ ਤਾਂ ਇਹ ਹੋਇਆ, ਆਪਣੇ ਦੇਸ਼ ਦੇ ਵਿੱਚ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਹ-ਢੇਰੀ ਕੀਤਾ, ਉਹ ਤਾਂ ਸਾਰੇ ਸਿੱਖਾਂ ਨੂੰ ਪਤਾ ਹੈ ਵੀ ਇਹਨਾਂ ਨੇ ਕੀ ਕੀਤਾ। ਇੱਥੇ ਝਾਕੀਆਂ ਦੀ ਕੀ ਲੋੜ ਹੈ? ਮੈਨੂੰ ਮਠਾੜੂ ਸਾਹਿਬ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਸਪਸ਼ਟ ਕਰ ਦਿਓ ਸਰ। ਜੋ ਭਾਰਤ ਦੇ ਵਿਦੇਸ਼ ਮੰਤਰੀ ਨੇ ਕਿਹਾ, ਗਲਤ ਕਿਹਾ ਕਿ ਸਹੀ ਕਿਹਾ ਸਰ? ਸਿੱਧਾ ਸਵਾਲ ਹੈ ਸਰ। ਮੈਂ ਕੇਪੀ ਜੀ ਜਿਹੜੀ ਗੱਲ ਮੈਂ ਕਹਿ ਰਿਹਾ, ਤੁਸੀਂ ਸਾਰੇ ਤੇ ਸਟੈਂਡ ਕਿਉਂ ਨਹੀਂ ਦੇ ਰਹੇ ਤੁਸੀਂ ਸਰ? ਸਟੈਂਡ ਕਿਉਂ ਨਹੀਂ ਹੈਗਾ ਤੁਹਾਡਾ ਸਰ? ਭਾਰਤ ਦੇ ਵਿਦੇਸ਼ ਮੰਤਰੀ ਨੇ ਗਲਤ ਕਿਹਾ ਕਿ ਸਹੀ ਕਿਹਾ ਸਰ? ਸਟੈਂਡ ਹੋਰ ਕਿਵੇਂ ਹੁੰਦਾ? ਮੈਂ ਤੁਹਾਨੂੰ ਕਹੀ ਜਾਂਦਾ, ਜੋ ਸਿੱਖ ਸਾਡੇ ਭਰਾ ਕੈਨੇਡਾ ਅਮਰੀਕਾ ਦੇ ਵਿੱਚ ਬੈਠੇ ਆ, ਜੋ ਦਿਨ ਚੱਲ ਰਹੇ ਆ, ਉਹਦੇ ਮੁਤਾਬਕ ਉਹਨਾਂ ਦੇ ਜੋ ਸੈਂਟੀਮੈਂਟ ਸੀ, ਉਹਨਾਂ ਨੇ ਆਪਣਾ ਜਿਹੜਾ ਉਹਨਾਂ ਨੇ ਕਰ ਦਿੱਤਾ ਹੈ। ਠੀਕ ਹੈ। ਪ੍ਰੋਫੈਸਰ ਅਵਨਾਸ਼ ਸਿੰਘ, ਹੋਇਆ ਕੈਨੇਡਾ 'ਚ ਸਭ ਕੁਝ ਇੱਥੇ, ਤੇ ਅਸੀਂ ਸਰ ਇੱਥੇ ਕਿਉਂ ਡਿਬੇਟ ਛਿੜੀ ਬੈਠੇ? ਪ੍ਰੋਫੈਸਰ ਅਵਨਾਸ਼ ਸਿੰਘ, ਇੱਥੇ ਕੀ ਬਾਕੀ ਹੈਗਾ ਸਰ? ਇੱਥੇ ਕਿਹੜੀ ਪੋਲਿਟਿਕਸ ਹੈ ਜਿਹੜੀ ਇਸ ਮੁੱਦੇ ਜ਼ਰੀਏ ਜਿੰਦਾ ਹੋਣਾ ਚਾਹੁੰਦੀ ਹੈ ਸਰ, ਜਾਂ ਬਹਾਨਾ ਲੱਭਦੀ ਪਈ ਹੈ? ਪ੍ਰੋਫੈਸਰ ਅਵਨਾਸ਼ ਸਿੰਘ, ਮਾਫ ਕਰਨਾ, ਮੈਂ ਸਵਾਲ ਕਰ ਰਿਹਾ। ਏਪੀ ਸਿੰਘ ਜੀ, ਡਿਬੇਟ ਤਾਂ ਤੁਸੀਂ ਕਰ ਰਹੇ ਹੋ, ਮੈਂ ਬਹੁਤ ਕਲੀਅਰ ਹਾਂ ਕਿਸੇ ਗੱਲ ਤੇ ਕਿ ਸਿੱਖ ਲੀਡਰਸ਼ਿਪ ਕਦੇ ਜੁਡੀਸ਼ੀਅਸ ਨਹੀਂ ਹੋਈ। ਅਸੀਂ ਜਿਹੜਾ ਹੈ ਵਾਹ ਲਾ ਕੇ, ਮੱਥਾ ਲਾ ਕੇ ਲੜਨਾ ਹੁੰਦਾ ਹੈ, ਲੇਕਿਨ ਅਸੀਂ ਰਿਪਰਕਸ਼ਨਸ ਨਹੀਂ ਦੇਖਦੇ। ਜੋ ਕੁਝ ਪੰਜਾਬ ਤੋਂ ਬਾਹਰ ਹੁੰਦਾ ਹੈ ਉਹਦੀ ਰਿਪਰਕਸ਼ਨਸ, ਉਹਦਾ ਬੈਕਲੈਸ਼ ਆਮ ਸਿੱਖ ਤੇ ਸਾਰੀ ਥਾਂ ਤੇ ਆਉਂਦਾ ਹੈ। ਜੇ ਅਸੀਂ ਜੁਡੀਸ਼ੀਅਸ ਹੋ ਜਾਈਏ, ਅਸੀਂ ਆਪਣੇ ਤਰੀਕੇ ਨਾਲ ਇਹਨਾਂ ਤੋਂ ਸਾਰਾ ਕੁਝ ਉਹ ਲੈ ਸਕੀਏ ਜੋ ਅਸੀਂ ਡਿਜ਼ਰਵ ਕਰਦੇ ਹਾਂ, ਉਹਦੇ ਵਿੱਚ ਲੀਡਰਸ਼ਿਪ ਜਿਹੜੀ ਹੈ ਨਾ, ਅਸੀਂ ਇਮੋਸ਼ਨਲ ਹੋ ਕੇ ਚੱਲੀ ਜਾਂਦੇ ਹਾਂ। ਸਾਡੀ ਲੀਡਰਸ਼ਿਪ ਨੂੰ ਅੱਜ ਤੱਕ ਇਹ ਨਹੀਂ ਸਮਝ ਆਈ ਵੀ ਜਿਹੜਾ ਇੱਕ ਸਾਡੇ ਨਾਲ ਸ਼ਰਾਰਤ ਕਰ ਰਿਹਾ, ਉਹਦੇ ਨਾਲ ਅਸੀਂ ਕਿਉਂ ਨਹੀਂ ਚੰਗੀ ਤਰ੍ਹਾਂ ਸ਼ਰਾਰਤ ਕਰਕੇ। ਪ੍ਰੋਫੈਸਰ ਅਵਨਾਸ਼ ਸਿੰਘ, ਇੱਕ ਮਿੰਟ ਮੈਨੂੰ ਤੁਸੀਂ ਦੇ ਦਿਓ ਸਰ, ਮੈਂ ਡਿਬੇਟ ਸਮਾਪਤ ਕਰਨੀ ਹੈ। ਇਸ ਤਸਵੀਰ ਦੇ ਜ਼ਰੀਏ ਕਿ ਸਿੱਖ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਜਾਂ ਸਿੱਖਾਂ ਨੂੰ ਵਰਤਿਆ ਜਾਊਗਾ ਸਰ? ਵਰਤਿਆ ਜਾ ਰਿਹਾ ਜੀ। ਕੁਸ਼ਲਪਾਲ ਜੀ, ਵਰਤਿਆ ਜਾ ਰਿਹਾ ਜਾਂ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ? ਜਲਦੀ ਜਵਾਬ ਦਿਓ ਪਲੀਜ਼। ਇਹਦਾ ਜੀ ਮੈਂ ਤੁਹਾਨੂੰ ਦੱਸਿਆ ਐਕਸਪ੍ਰੈਸ਼ਨ ਆਫ ਸੈਂਟੀਮੈਂਟਸ ਹੈਗਾ। ਓਕੇ, ਮਠਾੜੂ ਸਾਹਿਬ, ਸਿੱਖ ਨੂੰ ਹੀਰੋ ਬਣਾਇਆ ਜਾ ਰਿਹਾ ਜਾਂ ਵਰਤਿਆ ਜਾ ਰਿਹਾ ਸਰ? ਦੇਖੋ, ਨਾ ਵਰਤਿਆ ਜਾ ਰਿਹਾ ਨਾ ਹੀਰੋ ਬਣਾਇਆ ਜਾ ਰਿਹਾ। ਜੋ ਸਿੱਖਾਂ ਦੇ ਸੈਂਟੀਮੈਂਟਸ ਜੁੜੇ ਹੋਏ ਹੈ ਸ੍ਰੀ ਦਰਬਾਰ ਸਾਹਿਬ ਨਾਲ, ਔਰ ਜੋ ਉਹਨਾਂ ਦੀਆਂ ਭਾਵਨਾਵਾਂ ਜੁੜੀਆਂ, ਉਹ ਸੈਂਟੀਮੈਂਟਸ ਦੇ ਮੁਤਾਬਕ ਉਹਨਾਂ ਨੇ ਜੋ ਕੀਤਾ ਆਪਣੀ ਮਰਜ਼ੀ ਨਾਲ। ਠੀਕ ਹੈ। ਚੰਨੀ ਸਾਹਿਬ, ਸਿੱਖਾਂ ਨੂੰ ਵਰਤਿਆ ਜਾ ਰਿਹਾ ਜਾਂ ਸਿੱਖ ਨੂੰ ਹੀਰੋ ਬਣਾਇਆ ਜਾ ਰਿਹਾ ਸਰ? ਮੈਂ ਇੱਕ ਗੱਲ ਤੋਂ ਬੜਾ ਹੈਰਾਨ ਹੈ ਕਿ ਮਠਾਰੂ ਸਾਹਿਬ ਜਿਹੜੀ ਗੱਲ ਕਹਿ ਰਹੇ ਸੀ, ਜਿਹੜੀਆਂ ਬੇਅਦਬੀਆਂ ਹੋਈਆਂ ਤੇ ਜਿਹੜੀਆਂ ਮੁਆਫੀਆਂ ਹੋਈਆਂ, ਉਹ ਡਿਬੇਟ ਕਿਸੇ ਹੋਰ ਪਾਸੇ ਜਾਊਗੀ। ਉਹ ਕਿਹਨੇ ਕਰਾਈਆਂ? ਇਹ ਕਿਹੜੀਆਂ ਗੱਲਾਂ ਕਰਦੇ ਨੇ ਸਿੱਖਾਂ? ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਕਿ ਸਾਡੇ ਜਿਹੜੇ ਸਿੱਖ ਲੀਡਰਸ਼ਿਪ ਹੈ, ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਭਾਰਤ ਸਰਕਾਰ ਮੇਰਾ ਸਵਾਲ ਹੋਰ ਹੈ ਚੰਨੀ ਸਾਹਿਬ, ਮੇਰਾ ਸਵਾਲ ਹੋਰ ਹੈ ਸਰ। ਮੈਂ ਡਿਬੇਟ ਦਾ ਆਖਰੀ ਸਵਾਲ ਕਰ ਰਿਹਾ ਸਰ, ਮੈਂ ਸਮਾਪਤ ਕਰਨੀ ਹੈ ਚਰਚਾ। ਸਿੱਖ ਨੂੰ ਹੀਰੋ ਬਣਾਇਆ ਜਾ ਰਿਹਾ, ਸਿੱਖ ਨੂੰ ਵਰਤਿਆ ਜਾ ਰਿਹਾ ਸਰ? ਵਰਤਿਆ ਜਾ ਰਿਹਾ। ਚਲੋ, ਬਹੁਤ ਧੰਨਵਾਦ ਕੁਸ਼ਲਪਾਲ ਜੀ ਤੁਹਾਡਾ, ਚੰਨੀ ਸਾਹਿਬ ਤੁਹਾਡਾ, ਪ੍ਰੋਫੈਸਰ ਅਵਨਾਸ਼ ਸਿੰਘ ਤੁਹਾਡਾ, ਮਠਾੜੂ ਸਾਹਿਬ ਤੁਹਾਡਾ। ਕੈਨੇਡਾ 'ਚ ਵਿਵਾਦਤ ਚਾਕੀ, ਭਾਰਤ 'ਚ ਕੀ ਹੈ? ਬਾਕੀ ਬਹੁਤ ਸਾਰੇ ਸਵਾਲ ਆ ਤੁਹਾਡੇ ਜ਼ਿਹਨ ਦੇ ਵਿੱਚ, ਪਰ ਇਹ ਸਵਾਲ ਇਸ ਡਿਬੇਟ ਦੇ ਵਿੱਚ ਜਿੰਨੇ ਆ ਸਕਦੇ ਸੀਗੇ ਆ ਗਏ ਨੇ। ਜਿਹੜੀਆਂ ਪਾਰਟੀਆਂ ਇਸ ਵਿੱਚ ਪਾਰਟਿਸਿਪੇਟ ਨਹੀਂ ਕਰ ਰਹੀਆਂ, ਉਹਨਾਂ ਨੇ ਨਹੀਂ ਕੀਤਾ ਪਾਰਟਿਸਿਪੇਟ। ਕਿਉਂ ਨਹੀਂ ਕੀਤਾ ਉਸ ਨੂੰ ਵੀ ਤੁਸੀਂ ਸਮਝਦੇ ਹੋ, ਤੇ ਇਸ ਮੁੱਦੇ ਉੱਤੇ ਬਹਿਸ ਕਿਉਂ ਛਿੜੀ ਹੈ ਤੁਸੀਂ ਉਸ ਨੂੰ ਹੀ ਸਮਝਦੇ ਹੋ। ਕੈਨੇਡਾ ਦਾ ਸੰਵਿਧਾਨ ਕੀ ਕਹਿੰਦਾ, ਕੈਨੇਡਾ ਦਾ ਕਾਨੂੰਨ ਕੀ ਕਹਿੰਦਾ, ਭਾਰਤ ਦਾ ਸਟੈਂਡ ਕੈਨੇਡਾ ਨੂੰ ਕਿੰਨਾ ਸੁਣੇਗਾ, ਅਸੀਂ ਇੰਤਜ਼ਾਰ ਕਰਾਂਗੇ। ਬਹੁਤ ਧੰਨਵਾਦ।